So beta, in today's session we will be discussing all the concepts of chapter number 4, that is admission of a partner, along with certain important questions. So first of all beta, ਤੁਸੀਂ ਇੱਕ ਚੀਜ਼ ਯਾਦ ਰੱਖਣੀ ਆ, according to section 31 of Indian Partnership Act 1932, ਇੱਕ ਪਾਰਟਨਰ ਨੂੰ, ਇੱਕ ਪਰਸਨ ਨੂੰ ਆਪਾਂ ਐਜ਼ ਅ ਪਾਰਟਨਰ ਕਦੋਂ ਐਡਮਿਟ ਕਰ ਸਕਦੇ ਆ ਆਪਣੀ ਫਰਮ 'ਚ, ਅਗਰ ਇਹ ਚੀਜ਼ ਪਹਿਲਾਂ ਹੀ ਅਗਰੀਮੈਂਟ ਹੋ ਗਿਆ ਸੀਗਾ ਡੀਡ ਦੇ ਵਿੱਚ, ਇਫ ਇਟ ਇਜ਼ ਸੋ ਅਗਰੀਡ ਇਨ ਦ ਪਾਰਟਨਰਸ਼ਿਪ ਡੀਡ, ਜਾਂ ਫਿਰ ਅਗਰ ਡੀਡ ਨਹੀਂ ਹੈਗੀ ਤਾਂ ਸਾਰੇ ਪਾਰਟਨਰਸ ਦਾ ਅਗਰੀ ਹੋਣਾ ਬਹੁਤ ਇੰਪੋਰਟੈਂਟ ਆ, right? In the absence of the agreement, if all the partners agree to admit the partner, so ਇੱਕ new partner ਨੂੰ, new person ਨੂੰ as a partner ਉਦੋਂ ਹੀ admit ਕਰਾਇਆ ਜਾ ਸਕਦਾ, ਜਾਂ ਤਾਂ ਸਾਡੀ deed 'ਚ ਪਹਿਲਾਂ ਹੀ agreement ਹੋਇਆ ਹੋਵੇ, ਜਾਂ ਫਿਰ ਅਗਰ deed ਨਹੀਂ ਹੈਗੀ ਤਾਂ ਸਾਰੇ partners agree ਕਰਨ, ਠੀਕ? ਉਹ ਤੋਂ ਬਾਅਦ ਜਦੋਂ ਅਸੀਂ ਇੱਕ ਪਾਰਟਨਰ ਨੂੰ ਐਡਮਿਟ ਕਰਾ ਲਿਆ ਤਾਂ ਉਹਨੂੰ ਦੋ ਰਾਈਟਸ ਮਿਲ ਜਾਂਦੇ ਆ ਸਾਡੀ ਫਰਮ ਦੇ ਵਿੱਚ, so he has the right to get the share of the future profits, and ਦੂਸਰਾ ਉਹਨੂੰ ਸਾਡੀ ਫਰਮ ਦੇ ਐਸੈਟਸ ਦੇ ਵਿੱਚ ਵੀ ਸ਼ੇਅਰ ਮਿਲੂਗਾ, ਠੀਕ ਹੈ? ਉਹ ਤੋਂ ਬਾਅਦ ਬੇਟਾ ਇੱਕ ਚੀਜ਼ ਹੋਰ ਤੁਸੀਂ ਯਾਦ ਰੱਖਣੀ ਆ, whenever we admit any new partner ਤਾਂ ਡੈਫੀਨੇਟਲੀ ਜੋ old partners ਨੇ ਉਹ ਕੁਛ ਨਾ ਕੁਛ ਤਾਂ ਸੈਕਰੀਫਾਈਸ ਕਰਨਗੇ ਨਾ, so they normally sacrifice certain share of their profit. So in order to compensate the old partners for their sacrifice, new partner brings in certain amount of cash or bring in certain amount in kind, and we call that amount premium for goodwill. So old partners ਨੂੰ ਉਹਨਾਂ ਦੇ sacrifice लिए compensate ਕਰਨ लिए ਨਵਾਂ ਪਾਰਟਨਰ ਜੋ ਕੰਪਨਸੇਸ਼ਨ ਲੈ ਕੇ ਆਉਂਦਾ ਬੇਟਾ ਉਹਨੂੰ ਪ੍ਰੀਮੀਅਮ ਫॉर ਗੁੱਡਵਿਲ ਕਿਹਾ ਜਾਂਦਾ। ਸੋ ਜਦੋਂ ਵੀ ਆਪਾਂ ਇੱਕ ਨਵੇਂ ਪਾਰਟਨਰ ਨੂੰ ਐਡਮਿਟ ਕਰਾਉਂਦੇ ਆ ਆਪਣੀ ਫਰਮ ਦੇ ਵਿੱਚ, ਸੋ ਹੀ ਹੈਜ਼ ਟੂ ਬ੍ਰਿੰਗ, ਵਨ ਇਜ਼ ਕੈਪੀਟਲ, ਡੈਫੀਨੇਟਲੀ ਉਹ ਜੋ ਵੀ ਆਪਣੀ ਕੈਪੀਟਲ ਲਈ ਅਮਾਊਂਟ ਲੈ ਕੇ ਆਊਗਾ, ਐਂਡ ਦੀ ਅਦਰ ਇਜ਼ an amount for compensation for the sacrifice of the partners, and we call that PFG. Sold partners ਦੇ sacrifice ਨੂੰ compensate ਕਰਨ ਲਈ ਦੂਸਰੀ ਜੋ ਚੀਜ਼ ਉਹ ਲੈ ਕੇ ਆਉਂਦਾ ਉਹਨੂੰ PFG ਕਿਹਾ ਜਾਂਦਾ, and PFG is premium for goodwill, ਠੀਕ ਹੈ, right? So sacrifice ਨੂੰ compensate ਕਰਨ ਲਈ goodwill ਲੈ ਕੇ ਆਇਆ, and ਅਗਰ ਉਹ ਚਾਹੁੰਦਾ ਕਿ future ਦੇ ਵਿੱਚ ਉਹਨੂੰ assets ਦੇ ਵਿੱਚ right ਮਿਲੇ ਤਾਂ definitely capital ਵੀ ਲੈ ਕੇ ਆਊਗਾ, ਠੀਕ ਹੈ? ਸੋ ਦੋ ਚੀਜ਼ਾਂ ਹੋ ਗਈਆਂ, ਇੱਕ ਹੋ ਗਿਆ ਕੈਪੀਟਲ, ਦੂਸਰੀ ਹੋ ਗਈ PFG, ਰਾਈਟ? ਦੈਨ ਬੇਟਾ ਇਸ ਪੂਰੇ ਚੈਪਟਰ ਦੇ ਵਿੱਚ ਸਾਡੇ ਕੋਲੇ ਕਿਹੜੇ ਟੌਪਿਕਸ ਨੇ? ਵਨ ਇਜ਼ ਚੇਂਜ ਇਨ PSR, ਐਂਡ ਐਜ਼ ਕੰਪੇਅਰ ਟੂ ਆਲ ਦੀ ਅਦਰ ਚੈਪਟਰਸ ਐਡਮਿਸ਼ਨ ਦਾ ਜੋ ਰੇਸ਼ੋ ਵਾਲੇ ਕੁਐਸਚਨਸ ਨੇ ਬੇਟਾ ਉਹ ਬਹੁਤ ਇੰਪੋਰਟੈਂਟ ਆ, ਰਾਈਟ? ਦੈਨ ਵੀ ਹੈਵ ਟ੍ਰੀਟਮੈਂਟ ਆਫ ਗੁੱਡਵਿਲ, ਐਂਡ ਸਿਰਫ ਇਸ ਚੈਪਟਰ 'ਚ ਕਈ ਸਾਰੇ ਕੇਸਿਸ ਨੇ ਬੇਟਾ, ਸੋ ਇਸ ਚੈਪਟਰ ਦਾ ਜੋ ਟ੍ਰੀਟਮੈਂਟ ਆਫ ਗੁੱਡਵਿਲ ਆ ਉਹ ਵੀ ਥੋੜਾ ਜਿਹਾ ਲੈਂਦੀ ਆ, ਬਿਕਾਜ਼ ਬਹੁਤ ਸਾਰੇ ਕੇਸਿਸ ਆ ਐਂਡ ਉਹ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਹੁੰਦੀਆਂ ਨੇ, ਠੀਕ ਹੈ? ਦੈਨ ਜੋ ਰਿਜ਼ਰਵਸ accumulated profits and losses ਦਾ ਟ੍ਰੀਟਮੈਂਟ ਆ ਉਹਦੇ 'ਚ ਦੋ ਸਪੈਸ਼ਲ ਕੇਸਿਸ ਹੁੰਦੇ ਆ, WCR, IFR. this we have already covered yesterday, so this is same, so I will not be repeating this part. ਰੀਵੈਲੂਏਸ਼ਨ ਅਕਾਊਂਟ ਦਾ ਕਨਸੈਪਟ ਵੀ ਸੇਮ ਆ, ਉਹ ਵੀ ਮੈਂ ਰਿਪੀਟ ਨਹੀਂ ਕਰੂੰਗੀ। ਐਡਜਸਟਮੈਂਟ ਐਂਟਰੀ ਵੀ ਤੁਹਾਨੂੰ ਪਤਾ ਵਾ, ਜਦੋਂ ਅਸੀਂ ਓਰੀਜਨਲ ਵੈਲਿਊਜ਼ ਨੂੰ ਰਿਟੇਨ ਕਰਨਾ ਹੁੰਦਾ ਵਾ, ਰਾਈਟ, ਉਦੋਂ ਅਸੀਂ ਐਡਜਸਟਮੈਂਟ ਐਂਟਰੀ ਪਾਸ ਕਰਦੇ ਹਾਂ by calculating the net effect, right? So ਇਹ ਵੀ same ਆ, we have already done. Partners capital balance sheet format already ਪਤਾ, so capital adjustment ਦੇ ਵੈਸੇ ਤਾਂ 3 cases ਆ, but ਮੈਂ ਦੋ ਹੀ consider ਕਰ ਰਹੀ ਹੁੰਨੀ ਆ main, ਠੀਕ ਹੈ? ਤੇ third case ਨੂੰ ਮੈਂ as the extension of second case ਕਰਾ ਦਿੰਨੀ ਹੁੰਨੀ ਆ। ਸੋ ਜੋ ਦੋ admission ਦੇ capital adjustment ਦੇ cases ਆ ਉਹ ਵੀ ਆਪਾਂ discuss ਕਰਾਂਗੇ, ਠੀਕ ਹੈ? ਸੋ this part is important. ਉਹ ਤੋਂ ਬਾਅਦ ਤੁਹਾਡਾ ਚੇਂਜ ਇਨ PSR ਵਾਲਾ ਪਾਰਟ ਇੰਪੋਰਟੈਂਟ ਆ, ਐਂਡ ਗੁੱਡਵਿਲ ਦਾ ਟ੍ਰੀਟਮੈਂਟ ਇੰਪੋਰਟੈਂਟ ਆ। ਰੈਸਟ ਜਸਟ ਰੈਪੀਟੀਸ਼ਨ ਆ ਬੇਟਾ, ਐਂਡ ਇਟ ਡਿਪੈਂਡਸ ਔਨ ਯੂ ਪੀਪਲ ਕਿ ਤੁਸੀਂ ਆਪਣੀ ਕਿੰਨੀ ਪ੍ਰੈਕਟਿਸ ਕਰ ਲੈਂਦੇ, ਠੀਕ? ਸੋ ਲੈਟ ਅਸ ਮੂਵ ਟੂ ਚੇਂਜ ਇਨ PSR, ਠੀਕ? ਸੋ ਲੈਟ ਅਸ ਸੀ ਦ ਫਰਸਟ ਪਾਰਟ। ਸੋ ਬੇਟਾ ਰੇਸ਼ੋ ਦੇ ਵਿੱਚ ਬਹੁਤ ਸਾਰੇ ਕੇਸਿਸ ਹੋ ਸਕਦੇ ਆ। ਸੋ ਪਹਿਲਾ ਕੇਸ ਕੀ ਆ? when profit share of new partner is given, new partner ਦਾ profit share question already given ਹੋਵੇ, but sacrificed share of old partners is not given, but question 'ਚ ਕਿਤੇ ਵੀ ਇਹ mention ਨਾ ਕੀਤਾ ਗਿਆ ਹੋਵੇ ਕਿ old partners ਕਿਸ ratio 'ਚ sacrifice ਕਰਨਗੇ। ਨਵੇਂ ਪਾਰਟਨਰ ਦਾ ਜੋ ਵੀ ਸ਼ੇਅਰ ਆ ਉਹਨੂੰ ਪੁਰਾਣੇ ਪਾਰਟਨਰਸ ਕਿੰਨਾ ਕੰਟਰੀਬਿਊਟ ਕਰ ਰਹੇ ਨਾ ਮੈਂਸ਼ਨ ਹੋਵੇ। ਮਤਲਬ ਕੁਐਸਚਨ ਕਿਵੇਂ ਦਾ ਦਿਖੂਗਾ ਤੁਹਾਨੂੰ?
ओल्ड पार्टनर्स की रेशो होगी एंड नवे पार्टनर का शेयर होगा, राइट। इदां दे क्वेश्चन नूं बेटे तुसीं किवें सॉल्व करना, सब तो पहला तुसीं एक रिमेनिंग शेयर कैलकुलेट करोगे। सो बेटे फ्रैक्शन इज द पार्ट ऑफ द होल, सो जदों भी आपां फ्रैक्शंस दे केस दे विच होल दी गल करदे हां, सो दैट इज 1, राइट। सो सी नूं असीं 1 शेयर अगर 1/4 शेयर दे रहे हां तो डेफिनेटली 1 चों 1/4 माइनस करके वी विल गेट द रिमेनिंग शेयर। सो साडे कोले कितना बच जूगा 3/4। साडे कोले पूरा फ्रैक्शन सीगा 1/1, ਉਹਦੇ ਚੋਂ ਅਸੀਂ 1/4 जो आ C ਨੂੰ ਦੇਣਾ ਵਾ ਤਾਂ ਉਹ ਅਸੀਂ ਮਾਈਨਸ ਕਰ ਲਿਆ। ਸੋ ਵੀ ਆਰ ਲੈਫਟ ਵਿਦ 3/4 ਸ਼ੇਅਰ। ਸੋ ਜੋ ਬੇਟੇ ਆ 3/4 ਸ਼ੇਅਰ ਬਚ ਰਿਹਾ ਨਾ, ਇਹ ਪੁਰਾਣੇ ਪਾਰਟਨਰਸ ਆਪਣੀ ਪੁਰਾਣੀ ਰੇਸ਼ੋ 'ਚ ਹੀ ਵੰਡ ਲੈਣਗੇ ਆਪਸ 'ਚ। 1/4 5/8 A ਲੈ ਲੂਗਾ ਐਂਡ 3/8 B। ਸੋ ਕਿੰਨਾ ਆ ਗਿਆ ਬੇਟਾ 5/32 3/32। बट whenever we calculate the new share, सानू new partner का भी share पता होना चाहिए। सो new partner का share कितना वा 1/4 एंड जदों असीं रेशो दे विच लिखना ना किसी भी चीज़ नूं तो डिनोमीनेटर सेम होने चाहिए आ। सो C का डिनोमीनेटर 32 करने लिए आपां 8 नाल मल्टीप्लाई कर दांगे। सो दिस विल बी 8/32, ठीक है। कि डिनोमीनेटर सेम कराने लिए तुसी हमेशा जिहदा डिनोमीनेटर नहीं मैच करता उन्होंने देख लोगे कि मल्टीप्लाई कराने की जरूरत है या की करना, ठीक है। एंड इत्थे ना मैं 3 लिखना सीगा, द रिमेनिंग शेयर इज 3, तो कितना हो जाऊगा 3 × 5 15 एंड हियर इट विल बी 9, ठीक। एंड डिनोमीनेटर वाली गल बेटे हमेशा याद रखियो। सो असी की किता बेटा, फर्स्ट ऑफ ऑल वी हैव कैलकुलेटेड द रिमेनिंग शेयर बाय डिडक्टिंग द शेयर ऑफ न्यू पार्टनर। जो भी साडे कोले रिमेनिंग शेयर आया बेटा वो रिमेनिंग शेयर ओल्ड पार्टनर्स ने अपनी ओल्ड रेशो च वंड लिया। एंड इस मैथड दे नाल न्यू रेशो कदों फाइंड करनी आ, when only new partner share is given and nothing has been specified regarding the sacrifice of old partners. So साडी न्यू रेशो कितनी आ गई इस केस 15:9:8, right? So this was our case 1. ਹੁਣ ਆਪਾਂ नेक्स्ट केस ਤੇ मूव कर रहे हैं। सो बेटा नेक्स्ट केस की आ, when new partner share is given, नवे पार्टनर का तो शेयर थोनू गिवन आ, लाइक इन दिस क्वेश्चन C का जो शेयर है गिवन आ दैट इज 1/4 एंड इंस्टेड ऑफ गिविंग द रेशो ऑफ ओल्ड पार्टनर्स दैट इज द ओल्ड रेशो ऑफ ओल्ड पार्टनर्स, उन्होंने ओल्ड पार्टनर्स की नवी रेशो दी होवे थोनू, तो उस केस च तुसी क्वेश्चन किवें सॉल्व करोगे। सो दिस टाइम वी आर हैविंग न्यू रेशो ऑफ ओल्ड पार्टनर्स। बेटा चाहे ओल्ड रेशो भी गिवन होवे, तुसी हमेशा अगर न्यू रेशो गिवन है ना ओल्ड पार्टनर्स की, यू विल प्रेफर दैट रेशो, फिर तुसी ओल्ड रेशो नूं कुछ नहीं करना। तो ये क्वेश्चन भी सेम तुसी उवें ही सॉल्व कर लोगे। फर्स्ट ऑफ ऑल यू विल कैलकुलेट द रिमेनिंग शेयर आफ्टर डिडक्टिंग द शेयर ऑफ न्यू पार्टनर and that is 3/4 and this time old partners will distribute the remaining share in their new ratio, ठीक है। new ratio is 2:1, so here is 2/3 and 1/3 and जो new partner है उदा share अपा as such लिख लांगे। so this is 6/12 3/12 and इनू 12 बनाने लिए 3 ना मल्टीप्लाई कर देंगे, so 3/12। वेरी गुड बेटा। सो न्यू रेशो कितनी बन गई 6:3:3 एंड मेक श्योर बेटे स्टैंडर्ड फॉर्म च लिख के आऊँ, वो तो बाद कटिंग करा दो। सो दैट इज 2:1:1। सो दिस इज अवर फाइनल आंसर, ठीक है। नेक्स्ट देख लेने आ बेटा, नेक्स्ट कैटेगरी की आ, व्हेन न्यू पार्टनर गेट्स हिज शेयर फ्रॉम ओल्ड पार्टनर्स इक्वली, मीन्स दिस टाइम ओल्ड पार्टनर्स दी ओल्ड रेशो भी गिवन आ, न्यू पार्टनर दा शेयर भी गिवन आ, प्लस एक एडिशनल इन्फॉर्मेशन भी गिवन आ कि न्यू पार्टनर अपना शेयर जो आ वो किस तरीके नाल एक्वायर कर रहा ओल्ड पार्टनर्स तो। सो उन्होंने डायरेक्टली लिखता कि उन्होंने बराबर बराबर कॉन्ट्रीब्यूट कर रहे ओल्ड पार्टनर्स। सो अगर इस केस च आपां देखिए 1/10 जो शेयर आ C नू A एंड B दोनों तो बराबर बराबर मिल रहा, राइट। सो 1/10 का बराबर हिस्सा अगर फाइंड करना होवे हाफ नाल मल्टीप्लाई करोगे क्योंकि हाफ करना, सो दैट इज 1/20 एंड 1/20। सो देखो बेटा A दा ओल्ड शेयर आ 5/9 एंड A कॉन्ट्रीब्यूट कर रहा C नू 1/20, सो 1/20 माइनस कर देंगे,
ਉਹਦੇ ओल्ड शेयर चो सैक्रीफाइजिंग शेयर माइनस कर रहे हैं। सेम चीज़ करांगे बी ਲਈ भी। बी ਦਾ ओल्ड शेयर आ 4/9 माइनस कर दांगे 1/20 एंड सी ਦਾ शेयर ਤਾਂ पता ही आ 1/10 राइट। ਹੁਣ ਤੁਸੀਂ सॉल्व कर लो। दिस इज 91/180 राइट एंड दिस इज 71/180 एंड 180 बनाने लिए किदे नाल मल्टीप्लाई करावांगे 18 नाल। So this is 18/180. Hence the new ratio is 91:71:18। समझ गए। सो सब तो पहला किया कि जो कुछ भी सैक्रीफाइस के रिगार्डिंग मैंशन ना हो ओल्ड रेशो गिवन हो। सैकेंड केस च किया कि कुछ भी ना मैंशन हो पर न्यू रेशो गिवन हो बट सिर्फ ओल्ड पार्टनर्स ही। कई बार बच्चे पता इस केस च की गड़बड़ कर जाते हैं, उन्होंने लगता कि ओल्ड रेशो भी गिवन आ एंड न्यू रेशो भी गिवन आ। मतलब अगर हो सकता ना इस क्वेश्चन च ओल्ड गिवन होंगी, अगर नहीं गिवन तो आप इक्वल मननी आ तो वो की करन लग जाते वो डायरेक्टली सैक्रीफाइस और गेन फाइंड करन लग जाते हैं। बेटा सैक्रीफाइस और गेन फाइंड करने लिए न्यू रेशो जो आ तीनों पार्टनर्स की होनी चाहिए। सिर्फ ए बी का अगर नवा ही रेशो गिवन आ तो उन्होंने नवी रेशो नहीं कंसिडर कर सकते। जो भी न्यू रेशो आ दैट मस्ट इंक्लूड ऑल द पार्टनर्स। सो ਉਹਦੇ ਚ ਤੁਹਾਡਾ ਨਵਾਂ ਪਾर्टनर भी होना चाहिए। सो गड़बड़ अक्सर बच्चे कर जाते हैं तो ਇਹਦਾ ख्याल रखियो। Now let us move to the next part. So beta next ਦੇ ਵਿੱਚ ਕੀ ਆ when new partner gets his share from old partners in a particular ratio. Previous question ਚ ਆਪਾਂ ਇਹ ਦੇਖਿਆ ਕਿ ਨਵੇਂ ਪਾਰਟਨਰ ਦਾ ਸ਼ੇਅਰ ਗਿਵਨ ਸੀ ਐਂਡ ਉਹ ਸ਼ੇਅਰ ਜੋ ਆ ਇਕੁਅਲੀ ਐਕਵਾਇਰ ਕਰ ਰਿਹਾ ਸੀ ओल्ड ਪਾਰਟਨਰਸ ਤੋਂ। ਬਟ ਦਿਸ ਟਾਈਮ ਦੇ ਹੈਵ ਗਿਵਨ ਅ ਪਾਰਟਿਕੂਲਰ ਰੇਸ਼ੋ ਕਿ ਕਿਸ ਰੇਸ਼ੋ ਚ ਐਕਵਾਇਰ ਕਰ ਰਿਹਾ ਵਾ ਆਪਣਾ ਸ਼ੇਅਰ। ਸੋ 1/4 ਸ਼ੇਅਰ ਆ ਸੀ ਦਾ ਐਂਡ ਦਿਸ ਟਾਈਮ ਸੀ ਦੇ ਸ਼ੇਅਰ ਦੀ ਗੱਲ ਹੋ ਰਹੀ ਆ ਬੇਟਾ। ਸੀ ਦੇ ਸ਼ੇਅਰ ਦਾ 3/5 ਤੋਂ ਐਕਵਾਇਰ ਕਰ ਰਿਹਾ ਏ ਤੋਂ एंड सी दे ही शेयर दा 2/5 एक्वायर कर रहा वा बी तो। सो दैट इज 3/20 एंड 2/20। सो बेटे सैक्रीफाइस हो गया ओल्ड पार्टनर्स दा एंड न्यू रेशो तुहानू पता ही आ ओल्ड शेयर माइनस देयर सैक्रीफाइजिंग शेयर राइट। सेम वे बी दा कैलकुलेट कर लांगे एंड सी दा शेयर सानू पता ही 1/4 ठीक है। सो कितना बन जूगा बेटा 40 minus 9/60। This is 14/60 and इन्हों 60 बनाने लिए 15 ਨਾਲ मल्टीप्लाई कर देंगे। So this is 15/60. The new ratio is 31:14:15। So let us see the next part. So बेटा sometimes ना नवे पार्टनर दा शेयर नहीं गिवन हुंदा। New partner share is not given, but instead of that they have given the sacrifice of old partners, right? So बेटा जो old partner sacrifice कर रहे हो ਆਪਾਂ ऐड करके नवे partner ਦਾ share calculate कर सकते हैं। जिवें कि इस क्वेश्चन ਚ ਉਹਨਾਂ ਨੇ ਕੀ ਦਿੱਤਾ old ratio ਦਿੱਤੀ ਆ। नवे पार्टनर का शेयर नहीं पता बट ये लिखा होया कि ए जो आ वो 1/5 प्रोवाइड कर रहा वा सी नू अपने शेयर का। सो दिस टाइम बेटे आप ए दे शेयर का 1/5 करना। सो ए का शेयर कितना वा 3/5 जो 1/5 किया दिस बिकम्स 3/25। सो दिस इज द सैक्रीफाइस ऑफ पार्टनर ए एंड नेक्स्ट वो कह रहा कि बी गिव्स 2/5 ऑफ हिज शेयर। सो आप ये भी बी दे शेयर का 2/5 करना। बी दा शेयर भी 2/5 था एंड ओदा करना भी 2/5 था। सो दैट इज 4/25। दिस इज द सैक्रीफाइस ऑफ बी। सो न्यू रेशो किवें कैलकुलेट करांगे ए दा ओल्ड शेयर माइनस ए दा सैक्रीफाइस बी दा ओल्ड शेयर माइनस बी दा सैक्रीफाइस एंड सी दा क्योंकि कुछ शेयर नहीं सी गिवन बट ये तो पता चल गया ना केड़ा पार्टनर कितना कॉन्ट्रीब्यूट कर रहा तो सैक्रीफाइस नूं ही बेटे आप प्लस कर देंगे। दैट इज 3/25 प्लस 4/25 तो सानू सी दा शेयर मिल जूगा। सो कितना आ जाऊगा बेटा 12/25 6/25 7/25। वेरी गुड। सो 12:6:7 is the correct answer. नेक्स्ट देख लो बेटा when one of the old partners retain his original share. This is an important case beta.
ਸਮਟਾਈਮਸ ਨਾ ਉਹ ਕੁਐਸਚਨ 'ਚ ਮੈਂਸ਼ਨ ਕਰ ਦਿੰਦੇ ਆ ਕਿ ਕੋਈ ਪੁਰਾਣਾ ਪਾਰਟਨਰ ਜੋ ਆਪਣਾ ਓਰੀਜਨਲ ਸ਼ੇਅਰ ਰਿਟੇਨ ਕਰੂਗਾ। ਜਿਵੇਂ ਇਸ ਕੁਐਸਚਨ 'ਚ ਸਾਨੂੰ ਓਲਡ ਪਾਰਟਨਰਸ ਦੀ ਓਲਡ ਰੇਸ਼ੋ ਗਿਵਨ ਆ, ਨਿਊ ਪਾਰਟਨਰ ਦਾ ਸ਼ੇਅਰ ਗਿਵਨ ਆ, ਦੈਨ ਉਹਨਾਂ ਨੇ ਕਿਹਾ that Z is to retain his original share। ਸੋ Z ਜੋ ਆ ਉਹ ਆਪਣਾ ਓਰੀਜਨਲ ਸ਼ੇਅਰ ਰਿਟੇਨ ਕਰੂਗਾ। ਸੋ ਇਦਾਂ ਦਾ ਕੁਐਸਚਨ ਬੇਟੇ ਆਪਾਂ ਕਿਵੇਂ ਸੋਲਵ ਕਰਦੇ ਆ? ਸਭ ਤੋਂ ਪਹਿਲਾਂ ਨਾ ਆਪਾਂ ਰਿਮੇਨਿੰਗ ਸ਼ੇਅਰ ਕੈਲਕੂਲੇਟ ਕਰਦੇ ਆ। ਸੋ ਟੋਟਲ ਸ਼ੇਅਰ ਹੁੰਦਾ 1, W ਨੂੰ ਐਡਮਿਟ ਕੀਤਾ 1/6 ਲਈਏ, ਮਾਈਨਸ ਕਰਾਂਗੇ ਇਟ ਵਿਲ ਬੀ 5/6 ਐਂਡ ਜੋ ਪਾਰਟਨਰ ਆਪਣਾ ਸ਼ੇਅਰ ਰਿਟੇਨ ਕਰ ਰਿਹਾ ਉਹਨੂੰ ਵੀ ਬੇਟੇ ਮਾਈਨਸ ਕਰ ਦੇਣਾ। 1/5 ਮਾਈਨਸ ਕਰੋਗੇ ਇਟ ਵਿਲ ਬੀ 19/30। ਸੋ ਦਿਸ ਇਜ਼ ਦ ਫਾਈਨਲ ਰਿਮੇਨਿੰਗ ਸ਼ੇਅਰ ਜੋ ਸਾਡੇ ਕੋਲੇ ਲਾਸਟ ਤੇ ਬਚਿਆ। ਐਂਡ ਬੇਟਾ ਕਿਉਂਕਿ ਅਸੀਂ ਆਲਰੇਡੀ Z ਦਾ ਵੀ ਸ਼ੇਅਰ ਇਹਦੇ ਚੋਂ ਬਾਹਰ ਕੱਢ ਚੁੱਕੇ ਹਾਂ ਐਂਡ W ਦਾ ਵੀ, ਰਾਈਟ। ਜੋ ਨਿਊ ਪਾਰਟਨਰ ਸੀ ਉਹਦਾ ਸ਼ੇਅਰ ਵੀ ਅਸੀਂ ਮਾਈਨਸ ਕਰਤਾ, Z ਦਾ ਸ਼ੇਅਰ ਵੀ ਮਾਈਨਸ ਕਰਤਾ, ਜੋ ਵੀ ਆ ਰਿਮੇਨਿੰਗ ਸ਼ੇਅਰ ਬਚਿਆ ਸੋ ਇਟ ਬਿਲੋਂਗਸ ਟੂ X ਐਂਡ Y ਓਨਲੀ। ਸੋ ਬੇਟਾ ਆਪਾਂ ਇਹ ਸਿਰਫ X ਔਰ Y ਚ ਵੰਡਣਾ, ਜੋ ਵੀ ਉਹਨਾਂ ਦਾ ਰਿਮੇਨਿੰਗ ਸ਼ੇਅਰ ਆ, ਮਤਲਬ ਆਹ ਵਾਲਾ ਪਾਰਟ ਸਿਰਫ, Z ਦਾ ਸ਼ੇਅਰ ਨਹੀਂ ਕੰਸਿਡਰ ਕਰਨਾ। ਸੋ 19/30, 19/30 2:2 ਮੀਨਸ ਇਕੁਅਲੀ ਬਣ ਗਿਆ, ਚਾਹੇ ਤੁਸੀਂ 2/4 ਲਿਖੋ ਚਾਹੇ 1/2 ਲਿਖ ਦੋ, ਠੀਕ ਹੈ, ਗੱਲ ਤਾਂ ਸੇਮ ਹੀ ਆ। ਸੋ ਦਿਸ ਇਜ਼ 19/60, 19/60 ਐਂਡ ਦੈਨ ਬੇਟਾ Z ਦਾ ਸ਼ੇਅਰ 1/5 ਜੋ ਓਰੀਜਨਲ ਰਿਟੇਨ ਕੀਤਾ ਸੀ, W ਦਾ ਸ਼ੇਅਰ ਉਹ ਤਾਂ ਗਿਵਨ ਹੀ ਆ 1/6। ਹੁਣ ਇਹਨੂੰ 60 ਬਣਾ ਲਓ। ਸੋ ਇਹਨੂੰ ਕਿੰਨੇ ਨਾਲ ਮਲਟੀਪਲਾਈ ਕਰ ਦਾਂਗੇ ਆਪਾਂ? 12 ਨਾਲ ਐਂਡ ਇਹਨੂੰ 10 ਨਾਲ। So this will be 12/60 and this will be 10/60। Therefore new ratio कितनी आ गई? 19:19:12:10। ठीक है। So देखो बेटा, on 1st April 2019 Sahil and Charu entered into partnership for sharing profits in the ratio 4:3। So Sahil and Charu the ratio are 4:3। Then they admitted Tanu as a new partner on 1st April for 1/5 share which she acquires equally from Sahil and Charu, right? So equally acquire कर रही है Sahil and Charu तो Sahil, Charu, Tanu earned profits at a higher rate than the normal rate of business। So उन्होंने business expand किया, additional capital ਦੀ requirement पूरी करन लिए। Then future च उन्होंने एक और partner admit कर लिया, that is Puneet, right? For 1/7 share in profits and जो कि सिर्फ किदे तो acquire कर रहे वा Sahil and Charu तो in 7:3। So first of all बेटा ignoring this part ਤੁਸੀਂ ਸਭ ਤੋਂ ਪਹਿਲਾਂ ਨਾ ਤਨੂ ਦੇ ਐਡਮਿਟ ਹੋਣ ਤੋਂ ਬਾਅਦ ਵਾਲੀ ਰੇਸ਼ੋ ਕੈਲਕੂਲੇਟ ਕਰੋ ਸਾਹਿਲ, ਚਾਰੂ ਐਂਡ ਤਨੂ ਦੀ। ਇੰਨਾ ਕੁਐਸਚਨ ਰੀਡ ਕਰੋ, ਸਾਹਿਲ ਐਂਡ ਚਾਰੂ ਦੋ ਪਾਰਟਨਰ ਸੀਗੇ ਜਿਨ੍ਹਾਂ ਦੀ ਰੇਸ਼ੋ ਸੀਗੀ 4:3। ਉਹਨਾਂ ਨੇ ਤਨੂ ਨੂੰ ਐਡਮਿਟ ਕੀਤਾ 1/5 ਸ਼ੇਅਰ लिए ਐਂਡ ਤਨੂ ਜੋ ਆ ਇਕੁਅਲੀ ਐਕਵਾਇਰ ਕਰ ਰਿਹਾ, ਠੀਕ ਹੈ, ਸਾਹਿਲ ਐਂਡ ਚਾਰੂ ਤੋਂ। ਤਾਂ ਤਨੂ ਦੇ ਆਉਣ ਤੋਂ ਬਾਅਦ ਜੋ ਨਿਊ ਰੇਸ਼ੋ ਬਣ ਰਹੀ ਆ ਉਹ ਦੱਸੋ ਕਿੰਨੀ ਬਣ ਰਹੀ ਆ ਤੁਹਾਡੀ? ਹਰੀ ਅਪ। ਸਾਹਿਲ, ਚਾਰੂ ਐਂਡ ਤਨੂ ਦੀ ਤੁਸੀਂ ਰੇਸ਼ੋ ਕੈਲਕੂਲੇਟ ਕਰਨੀ ਆ। देखो बेटा T ਦਾ ਜੋ 1/5 ਸ਼ੇਅਰ ਸੀ ਇਕੁਅਲੀ ਐਕਵਾਇਰ ਕਰ ਰਿਹਾ ਸਾਹਿਲ ਐਂਡ ਚਾਰੂ ਤੋਂ, ਸੋ ਇਕੁਅਲੀ ਮੀਨਸ 1/10। ਸੋ ਸਾਹਿਲ ਚੋਂ ਵੀ ਤੁਸੀਂ 1/10 ਮਾਈਨਸ ਕੀਤਾ ਹੋਊਗਾ ਐਂਡ ਚਾਰੂ ਚੋਂ ਵੀ 1/10 ਮਾਈਨਸ ਕੀਤਾ ਹੋਊਗਾ ਐਂਡ ਦੈਨ ਐਟ ਦੀ ਐਂਡ ਤੁਹਾਨੂੰ ਜੋ ਰੇਸ਼ੋ ਮਿਲ ਰਹੀ ਆ that is 33:23:14। ਠੀਕ ਹੈ, ਉਹ ਤੋਂ ਬਾਅਦ ਕੀ ਹੋ ਰਿਹਾ ਬੇਟਾ, ਪੁਨੀਤ ਨੂੰ ਐਡਮਿਟ ਕੀਤਾ ਗਿਆ ਵਾ 1/7 ਸ਼ੇਅਰ लिए। ਸੋ ਹੁਣ ਤੁਸੀਂ ਅੱਗੇ ਕੈਲਕੂਲੇਟ ਕਰੋ ਐਂਡ ਉਹਨਾਂ ਨੇ ਇਹ ਵੀ ਦੱਸਤਾ ਕਿ ਜੋ ਨਵਾਂ ਪਾਰਟਨਰ ਉਹ ਤੋਂ ਬਾਅਦ ਚ ਆਇਆ ਨਾ ਪੁਨੀਤ 1/7 ਸ਼ੇਅਰ लिए, ਉਹ ਸਾਹਿਲ ਐਂਡ ਚਾਰੂ ਤੋਂ ਐਕਵਾਇਰ ਕਰ ਰਿਹਾ ਵਾ ਕਿਸ ਰੇਸ਼ੋ ਦੇ ਵਿੱਚ? 7:3 ਦੇ ਵਿੱਚ। ਸੋ ਤੁਸੀਂ 1/7 ਦਾ 7/10 ਕਰਨਾ, 1/7 ਦਾ 3/10 ਕਰਨਾ, ਤਾਂ ਸਾਹਿਲ ਚਾਰੂ ਦਾ ਸੈਕਰੀਫਾਈਸ ਮਿਲ ਜੂਗਾ। ਹੁਣ ਤੁਸੀਂ ਆਹ ਵਾਲੀ ਰੇਸ਼ੋ ਨੂੰ ਓਲਡ ਮੰਨ ਲੈਣਾ ਬੇਟਾ, ਇਹਦੇ ਚੋਂ ਫਰਦਰ ਉਹ ਸੈਕਰੀਫਾਈਸ ਮਾਈਨਸ ਕਰਨਾ। ਸੋ ਨੈਕਸਟ ਜਿਹੜਾ ਤੁਸੀਂ ਮਾਈਨਸ ਕਰੋਗੇ ਤਾਂ ਤੁਸੀਂ ਪੁਰਾਣੀ ਵਾਲੀ ਐਕਸਟ੍ਰੀਮ ਪੁਰਾਣੀ ਰੇਸ਼ੋ ਨਹੀਂ ਦੇਖਣੀ ਬੇਟਾ, ਫਿਰ ਤੁਸੀਂ ਆਹ ਵਾਲੀ ਰੇਸ਼ੋ ਨੂੰ ਓਲਡ ਮੰਨੋਗੇ, ਠੀਕ ਹੈ। ਸੋ ਦੈਨ ਤੁਸੀਂ ਕਿਵੇਂ ਕੈਲਕੂਲੇਟ ਕਰ ਲਓਗੇ? ਸਾਹਿਲ, ਚਾਰੂ
तनु एंड पुनीत दा तो शेयर ही पता वा 1/7, साहिल दा ओल्ड हो गया 33/70, चारू दा 23/70 एंड तनु दा 14/70 एंड जो भी इन्हां दा सैक्रीफाइस आ रहा 7/70 3/70 माइनस कर लोगे, तनु ते कुछ फर्क नहीं पिया, लास्ट ते तुसी डिनोमिनेटर सेम कर लोगे and you will get the final answer. And जो final ratio है that is 13:10:7:5. ਉਹ ਤੋਂ ਬਾਅਦ ਤੁਸੀਂ denominators ਵਗੈਰਾ same ਕਰਵਾਏ and then ਤੁਸੀਂ ਆਪਣਾ lowest ਦੇ ਵਿੱਚ convert ਕਰਤਾ and ਤੁਹਾਡੇ ਕੋਲੇ final answer ਆ ਗਿਆ। ठीक है, this is an application based question। मैं कई sample papers ਚ ਬੇਟੇ ਇਹ question ਦੇਖਿਆ ਹੋਇਆ, ਇਹ book ਦੀ ਹੀ illustration ਆ, बैक एक्सरसाइज एवें दा कोई भी क्वेश्चन नहीं सीगा। सो देखो बेटा L and M are partners, उन्हां दी old ratio given है 5:3। सो L M old ratio is 5:3। उन्हां ने की कीता, they have admitted N a new partner and then की decide होया that the profit sharing ratio between M and N shall be the same as existing between L and M। कि फ्यूचर ਦੇ ਵਿੱਚ ਕੀ ਹੋਊਗਾ, ਜੋ L and M ਦੀ ਰੇਸ਼ੋ ਬਣ ਰਹੀ ਆ that is 5:3, फ्यूचर ਚ ਜੋ M and N ਦੀ ਰੇਸ਼ੋ ਹੋਊਗੀ ਉਹ ਵੀ 5:3 ਹੋਊਗੀ। ठीक है, ਇਹ ਉਹਨਾਂ ਨੇ ਕਿਹਾ ਵਾ ਸਾਨੂੰ and they have told us to calculate the new ratio as well as sacrificing ratio। देखो बेटा जो 5:3 कई बार ना बच्चों ਨੂੰ ਇਹ ਲੱਗਣ ਲੱਗ ਜਾਂਦਾ ਕਿ ਸ਼ਾਇਦ ਨਾ ਆਨਸਰ ਜਦੋਂ ਆਊਗਾ ਉਦੋਂ mn ਦਾ ਵੀ 5:3 ਹੋਣਾ ਚਾਹੀਦਾ। ਬੇਟਾ ਆਹ ਗੱਲ ਨਹੀਂ ਹੈਗੀ ਕਿ mn ਦਾ 5:3 ਹੋਣਾ ਚਾਹੀਦਾ, ਮਤਲਬ ਜੋ ਵੀ ਨੰਬਰਸ ਆਉਣਗੇ ਜਦੋਂ ਤੁਸੀਂ ਉਹਦੀ ਕਟਿੰਗ ਕਰੋ ਤਾਂ ਕਟਿੰਗ ਕਰਕੇ 5:3 ਬਣਨਾ ਚਾਹੀਦਾ। ਸੋ ਇਹਦਾ ਸਭ ਤੋਂ ਈਜ਼ੀ ਤਰੀਕਾ ਪਤਾ ਕੀ ਹੁੰਦਾ, ਆਪਾਂ ਨੇ ਇਹਨੂੰ ਮੈਥਸ ਵਾਲੇ ਤਰੀਕੇ ਨਾਲ ਸੋਲਵ ਕਰ ਲੈਂਦੇ ਆ। that is L:M is directly proportional to M:N means L और M ਦੀ ਰੇਸ਼ੋ ਦੀ ਜੋ ਵੀ ਵੈਲਿਊ ਆ ਜਿੰਨਾ ਕਟਿੰਗ ਕਰਕੇ L:M ਦਾ ਬਣਨਾ ਉਨਾ ਹੀ ਕਟਿੰਗ ਕਰਕੇ M:N ਦਾ ਬਣਨਾ। ਸੋ ਮੈਂ ਉਹਨਾਂ ਨੂੰ ਡਾਇਰੈਕਟਲੀ ਪ੍ਰੋਪੋਰਸ਼ਨੇਟ ਕਰਾ ਲਿਆ। ਉਹ ਤੋਂ ਬਾਅਦ ਮੈਨੂੰ ਸਿਰਫ ਇਹਨਾਂ ਦੀਆਂ ਵੈਲਿਊਜ਼ ਪਤਾ ਵਾ L ਤੇ M ਦੀਆਂ, N ਦੀ ਤਾਂ ਵੈਲਿਊਜ਼ ਪਤਾ ਹੀ ਨਹੀਂ, N ਤਾਂ ਨਵਾਂ ਪਾਰਟਨਰ ਆ। ਸੋ ਮੈਂ ਜੋ ਵੈਲਿਊਜ਼ ਗਿਵਨ ਸੀਗੀਆਂ ਉਹ ਲਿਖ ਲਈਆਂ। ਉਹ ਤੋਂ ਬਾਅਦ M ਦਾ ਜੋ ਸ਼ੇਅਰ ਆ ਮਤਲਬ 3 ਜੋ ਪਤਾ ਸੀ ਉਹ ਲਿਖ ਲਿਆ। ਦੈਨ ਮੈਂ ਇਹਨੂੰ ਸੋਲਵ ਕੀਤਾ that is 5/3 is equals to 3/n ਤਾਂ ਕੀ ਬਣ ਗਿਆ 5n is equals to 9 then n is equals to 9/5 that is 1.8। ਸੋ ਸਾਡੀ ਕੈਲਕੂਲੇਸ਼ਨ ਦੇ ਅਕੋਰਡਿੰਗਲੀ ਕੀ ਬਣ ਰਿਹਾ ਵਾ L:M:N is 5:3:1.8। बट मैम पॉइंट्स ਤਾਂ ਕਦੇ ਰੇਸ਼ੋ ਨਹੀਂ ਆ ਸਕਦੀ। ਸੋ ਪੁਆਇੰਟ ਹਟਾਉਣ ਲਈ ਕੀ ਕਰਦੇ ਆ, ਪੂਰੀ ਰੇਸ਼ੋ ਨੂੰ 10 ਨਾਲ ਮਲਟੀਪਲਾਈ ਕਰ ਦਿੰਦੇ ਆ। ਇਹ ਬਣ ਜਾਊਗਾ 50:30:18। ਦੈਨ ਇਹਨੂੰ ਲੋਐਸਟ ਚ ਕਨਵਰਟ ਕਰੋਗੇ ਤਾਂ ਤੁਹਾਡਾ ਫਾਈਨਲ ਆਨਸਰ ਆ ਜਾਊਗਾ 25:15:9। ਹੁਣ ਤੁਸੀਂ ਬੇਟਾ ਦੇਖੋ ਅਗਰ ਤੁਸੀਂ 25 ਤੇ 15 ਦੀ ਕਟਿੰਗ ਕਰਦੇ ਹੋ 5:3 ਬਣ ਰਿਹਾ। ਉਹ ਤੋਂ ਬਾਅਦ ਅਗਰ ਤੁਸੀਂ 15:9 ਦੀ ਵੀ ਕਟਿੰਗ ਕਰਦੇ ਹੋ ਤਾਂ ਵੀ 5:3 ਬਣ ਰਿਹਾ। ਤਾਂ ਸਾਡੀ ਕੁਐਸਚਨ ਵਾਲੀ ਕੰਡੀਸ਼ਨ ਵੀ ਸੈਟੀਸਫਾਈ ਹੋ ਰਹੀ ਆ। ਸੋ ਇਹ ਸਭ ਤੋਂ ਈਜ਼ੀ ਅਪਰੋਚ ਹੈ ਇਸ ਕੁਐਸਚਨ ਨੂੰ ਸੋਲਵ ਕਰਨ ਦੀ। ਠੀਕ ਹੈ, this is the 17th question of your book। ਦੇਖੋ ਬੇਟਾ ਸੋ ਇਸ ਕੁਐਸਚਨ ਚ ਕੀ ਗਿਵਨ ਆ ਬੇਟੇ, ਅਮਿਤ ਐਂਡ ਵਿਦਿਆ ਇਹ ਓਲਡ ਪਾਰਟਨਰਸ ਆ ਐਂਡ ਇਹਨਾਂ ਦੀ ਓਲਡ ਰੇਸ਼ੋ ਆ 3:2। ਨਵਾਂ ਪਾਰਟਨਰ ਜੋ ਐਡਮਿਟ ਕੀਤਾ ਗਿਆ ਉਹ ਆ ਮਿਸਟਰ ਚਿੰਤਨ। ਠੀਕ ਹੈ, ਸੋ ਚਿੰਤਨ ਨੂੰ ਐਡਮਿਟ ਕੀਤਾ ਬਟ ਨਾਰਮਲੀ ਨਾ ਨਿਊ ਪਾਰਟਨਰ ਦਾ ਸ਼ੇਅਰ ਗਿਵਨ ਹੁੰਦਾ। ਇਸ ਕੇਸ ਚ ਨਿਊ ਪਾਰਟਨਰ ਦਾ ਸ਼ੇਅਰ ਨਹੀਂ ਗਿਵਨ। फाइन अगर ਇਹਦਾ शेयर नहीं गिवन तो हो सकता सैक्रीफाइस ਦੇ ਰਿਗਾਰਡਿੰਗ कुछ इन्फॉर्मेशन गिवन ਹੋਵੇ। सो उन्होंने की लिखिया that चिंतन acquires 1/5 of his share from Amit। सो बेटा ऑफ जिथे गल करती तो इट मीनस जो भी चिंतन का शेयर आ ਉਹਨੂੰ ਮਲਟੀਪਲਾਈ ਕਰਨਾ 1/5 ਨਾਲ ਤਾਂ ਪਤਾ ਚੱਲੂਗਾ ਕਿ ਅਮਿਤ ਕਿੰਨਾ ਸੈਕਰੀਫਾਈਸ ਕਰ ਰਿਹਾ। ਸੋ ਚਿੰਤਨ ਦਾ ਸ਼ੇਅਰ ਨਹੀਂ ਨਾ ਗਿਵਨ, ਮੈਂ ਉਹਨੂੰ x ਲੈਟ ਕਰ ਲਿਆ। ਸੋ ਮੈਂ ਕਿਹਾ x ਨੂੰ 1/5 ਨਾਲ ਮਲਟੀਪਲਾਈ ਕਰਾਵਾਂਗੇ ਤਾਂ ਸਾਡੇ ਕੋਲੇ ਅਮਿਤ ਦਾ ਸੈਕਰੀਫਾਈਸ ਆ ਜਾਊਗਾ। ਠੀਕ ਹੈ, ਇੱਥੇ ਆਪਾਂ ਸੈਕਰੀਫਾਈਸ ਕੈਲਕੂਲੇਟ ਕਰ ਰਹੇ ਹਾਂ। ਦੈਨ ਉਹਨਾਂ ਨੇ ਪਤਾ ਕੀ ਲਿਖਿਆ ਵਾ ਕਿ ਉਹ 4/25 ਸ਼ੇਅਰ ਐਕਵਾਇਰ ਕਰ ਰਿਹਾ ਵਿਦਿਆ ਤੋਂ। ਸੋ ਇਹਦੇ ਵਿੱਚ ਵਿਦਿਆ ਦੇ ਸ਼ੇਅਰ ਦਾ 4/25 ਨੀਗਾ ਜਾਂ ਚਿੰਤਨ ਦੇ ਸ਼ੇਅਰ ਦਾ 4/25 ਨੀ ਗੱਲ ਹੋ ਰਹੀ। ਸੋ ਜਿੰਨਾ ਵੀ ਫ੍ਰੈਕਸ਼ਨ
चिंतन विद्या तो एक्वायर कर रहा, उन्होंने मल्टीप्लाई करके बेटे आंसर दिता होया, दैट इज 4/25. सो आई एम रिपीटिंग अगेन. सो बेटे क्वेश्चन च एक ओल्ड रेशो दी हुई सी, देन न्यू पार्टनर दा शेयर नहीं गिवन हैगा, सो आप एक्स लेट कर लिया. फिर उन्होंने की गिवन आ सानू दैट चिंतन एक्वायर्स 1/5 ऑफ हिज शेयर, हिज मीनस चिंतन शेयर फ्रॉम अमित. सो चिंतन दा शेयर एक्स लेट किया, एक्स दा 1/5 किया, सो सानू पता लग जूगा कि अमित कितना सैक्रीफाइस कर रहा. देन बेटे नैक्सट केस दे विच उन्होंने की दिता, तुसी हुण सोच के देखो बेटा. लेटर सपोज सानू पता भी किसी भी चीज़ की टोटल परसेंटेज 100 होंगी आ, मैं क्या चिंतन का जो 100% होगा टोटल शेयर जिन्ना मर्जी हो, मैं क्या ओदे चो ना उन्होंने 30% मिल गया अमित तो दस सकते हो कि कितना विद्या तो मिलूगा. ओदे टोटल शेयर का 30% अगर अमित तो मिल गया तो रिमेनिंग तो 70% बचिया ना. सेम वे बेटे जो असीं फ्रैक्शन की गल कर रहे हैं, चिंतन ने 1/5 अगर अमित तो एक्वायर किया तो कितना फ्रैक्शन विद्या तो एक्वायर किया होगा. टोटल फ्रैक्शन इज 1, अमित तो 1/5 एक्वायर कर लिया तो बचिया कितना 4/5 बचिया ना, तो 4/5 विद्या तो एक्वायर किया होगा. सो देन बेटा इत्थों दी वी कैन फाइंड द वैल्यू फॉर एक्स. सो चिंतन का शेयर किवें कैलकुलेट कर लांगे, 4/25 इंटू 5/4, सो दैट इज 1/5. सो सानू चिंतन का शेयर पता चल गया, सो अमित का सैक्रीफाइस भी कैलकुलेट कर लांगे, एक्स नू रिप्लेस कर देंगे ना 1/5 नाल, सो कितना आ जाऊगा 1/25. सो सानू ये भी पता चल गया कि अमित का सैक्रीफाइस कितना, विद्या का सैक्रीफाइस तो सीधा ही पता सीगा. एंड हुण असीं न्यू रेशो कैलकुलेट कर लांगे. सो किवें कैलकुलेट करोगे बेटा न्यू रेशो, अमित ओल्ड इज 3/5, विद्या ओल्ड इज 2/5. सो अमित द सैक्रीफाइस आ 1/25, विद्या द सैक्रीफाइस आ 4/25. एंड चिंतन द शेयर वैसे तो पता लग ही गया 1/5, असी ऑलरेडी एक्स कैलकुलेट कर लिया है ना. सो आ कितना आ गया बेटा 14/25, 6/25 एंड इनू मल्टीप्लाई करा देंगे. सो दिस इज 5/25. Therefore, new ratio is 14:6:5. So with this ratio वाला part खत्म हो गया. So let us move to the next topic, that is treatment of goodwill. So beta, as I've already told you that in order to compensate the sacrificing partners, new partner bring in certain amount of cash and उस cash ਨੂੰ ਕੀ ਕਿਹਾ ਜਾਂਦਾ ਵਾ premium for goodwill, right? That is known as premium for goodwill. And ਆਪਾਂ ਇਨਫੋਰਮਲੀ ਇਹਨੂੰ PFG ਕਹਿ ਦਿੰਦੇ ਹੁੰਦੇ ਆ, ਬਟ ਪੇਪਰ ਦੇ ਵਿੱਚ ਬੇਟੇ ਤੁਸੀਂ ਪੂਰਾ ਹੀ ਲਿਖ ਕੇ ਆਓਗੇ ਪ੍ਰੀਮੀਅਮ ਫॉर ਗੁੱਡਵਿਲ. ਸੋ ਬੇਟੇ ਟ੍ਰੀਟਮੈਂਟ ਆਫ ਗੁੱਡਵਿਲ ਦੇ ਵਿੱਚ ਨਾ ਸਾਡੇ ਕੋਲੇ ਸਰਟਨ ਕੇਸਸ ਹੁੰਦੇ ਆ. ਸੋ ਹੁਣ ਉਹਦੇ 'ਚ ਨਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮੇਨ 3 ਕੇਸਸ ਦੱਸ ਰਹੀ ਹਾਂ. ਸਭ ਤੋਂ ਪਹਿਲਾਂ when PFG is paid privately. सो बेटे इस तरीके वाली फ्लो चार्ट बना लियो अपनी नोटबुक्स से रिवीजन लिए सारे केसेस कट्ठे लिख के. सो बेटा जो तक PFG प्राइवेटली पे हो गया उस केस च कोई भी एंट्री रिकॉर्ड नहीं की जाती, ठीक है. एंड सेकेंड कैटेगरी की बन जाती है व्हेन इज ब्रॉट इन कैश. एंड थर्ड कैटेगरी की बन जाती है व्हेन PFG is brought in kind. सो जो न्यू पार्टनर आ वो जो PFG की अमाउंट लेके आया बेटा या तो कैश च ले आया या फिर वो काइंड च लेके आया, मतलब इंस्टेड ऑफ ब्रिंगिंग इन कैश वो सर्टेन एसेट्स ले आया. सो बेटे असी एंट्री किवें रिकॉर्ड करांगे, अगर तो कैश लेके आया सो एंट्री विल बी कैश टू PFG. एंड अगर क्वेश्चन PFG दे नाल कैपिटल भी गिवन आ तो आप कैपिटल भी लिख दांगे, ठीक है. एंड अगर वो काइंड च लेके आया तो तुसी सर्टेन एसेट्स लिखोगे, राइट. जो भी एसेट्स आ बेटे वो इंडिविजुअली लिखे जाएंगे, लाइक स्टॉक अकाउंट, बिल्डिंग अकाउंट एंड सो टू PFG, राइट. सो ये एंट्री होगी.
ਉਹ ਤੋਂ ਬਾਅਦ ਬੇਟਾ ਦੋਨੋਂ ਕੇਸਿਸ ਦੇ ਵਿੱਚ ਜੋ ਤੁਹਾਡੀ ਸੈਕਿੰਡ ਐਂਟਰੀ ਹੋਊਗੀ ਉਹ ਸੇਮ ਹੋਊਗੀ, that is PFG. So PFG to sacrificing partners capital account. ਨੋਰਮਲੀ ਆਪਾਂ ਕੀ ਕਰਦੇ ਆ, ਸੈਕਰੀਫਾਈਸਿੰਗ ਪਾਰਟਨਰਸ ਨੂੰ ਕ੍ਰੈਡਿਟ ਕਰਦੇ ਆ ਨਾ, ਜੋ ਵੀ PFG ਲੈ ਕੇ ਆਇਆ ਵਾ ਨਵਾਂ ਪਾਰਟਨਰ, ਐਂਡ ਹਮੇਸ਼ਾ ਕਿਸ ਰੇਸ਼ੋ ਚ ਬੇਟਾ, ਸੈਕਰੀਫਾਈਸਿੰਗ ਰੇਸ਼ੋ ਚ। ਐਂਡ ਸਰਟਨ ਐਕਸੈਪਸ਼ਨਲ ਕੁਐਸਚਨਸ ਦੇ ਵਿੱਚ ਹੋ ਸਕਦਾ ਕਿ ਕੋਈ ਪਾਰਟਨਰ ਗੇਨ ਕਰ ਜੇ, ਤਾਂ ਤੁਸੀਂ ਉਸ ਗੇਨਿੰਗ ਪਾਰਟਨਰ ਦੇ ਕੈਪੀਟਲ ਅਕਾਊਂਟ ਨੂੰ ਕੀ ਕਰ ਦੋਗੇ, ਡੈਬਿਟ ਕਰ ਦੋਗੇ। ਅਗਰ ਤਾਂ ਗੇਨਿੰਗ ਪਾਰਟਨਰ ਨਹੀਂ ਹੈਗਾ, ਸਿਰਫ ਸੈਕਰੀਫਾਈਸਿੰਗ ਪਾਰਟਨਰਸ ਆ, ਤਾਂ PFG ਨਾਰਮਲ ਆ, ਸੈਕਰੀਫਾਈਸਿੰਗ ਰੇਸ਼ੋ ਚ ਡਿਸਟ੍ਰੀਬਿਊਟ ਹੋ ਜੂ। ਅਗਰ ਕੋਈ ਪਾਰਟਨਰ ਗੇਨ ਕਰ ਰਿਹਾ, ਉਸ ਕੇਸ ਚ ਤੁਸੀਂ ਅਮਾਉਂਟ ਕਿਵੇਂ ਕੈਲਕੂਲੇਟ ਕਰੋਗੇ, ਟੋਟਲ ਗੁੱਡਵਿਲ ਇਨਟੂ ਗੇਨਿੰਗ ਸ਼ੇਅਰ। ਉਹ ਕੇਸ ਤੁਹਾਨੂੰ ਫਰਮ ਦੀ ਗੁੱਡਵਿਲ ਚਾਹੀਦੀ ਹੁੰਦੀ ਆ, ਐਂਡ ਗੇਨਿੰਗ ਸ਼ੇਅਰ ਨਾਲ ਮਲਟੀਪਲਾਈ ਕਰਾਂਗੇ, ਗੇਨਿੰਗ ਪਾਰਟਨਰ ਚ ਜਿੰਨੀ ਵੈਲਿਊ ਲਿਖਣੀ ਆ, ਐਂਡ ਸੈਕਰੀਫਾਈਸਿੰਗ ਦੇ ਕੇਸ ਚ ਵੀ ਟੋਟਲ ਗੁੱਡਵਿਲ ਇਨਟੂ ਸੈਕਰੀਫਾਈਸਿੰਗ ਸ਼ੇਅਰ। ਠੀਕ ਹੈ, ਸੋ ਉਦੋਂ ਸਾਨੂੰ ਟੋਟਲ ਗੁੱਡਵਿਲ ਚਾਹੀਦੀ ਹੁੰਦੀ ਆ, ਅਦਰਵਾਈਜ਼ ਅਸੀਂ ਨਾਰਮਲ ਆਪਣਾ PFG ਡਿਸਟ੍ਰੀਬਿਊਟ ਕਰ ਦਿੰਦੇ ਆ। ਠੀਕ, ਸੋ ਨੈਕਸਟ ਬੇਟੇ ਆਪਾਂ ਕੀ ਦੇਖਦੇ ਹੁੰਦੇ ਆ, if PFG is withdrawn by sacrificing partners। ਸੋ ਬੇਟਾ PFG ਨਾ ਹਮੇਸ਼ਾ ਸੈਕਰੀਫਾਈਸਿੰਗ ਪਾਰਟਨਰਸ ਹੀ ਵਿਡਰਾਅ ਕਰ ਸਕਦੇ ਆ। ਜੋ ਵੀ ਅਮਾਉਂਟ ਕ੍ਰੈਡਿਟ ਹੋਈ ਆ, ਅਗਰ ਉਹਨਾਂ ਨੇ ਉਹ ਵਿਡਰਾਅ ਕਰ ਲਈ ਤਾਂ ਐਂਟਰੀ ਕੀ ਬਣ ਜੂਗੀ, ਸੈਕਰੀਫਾਈਸਿੰਗ ਪਾਰਟਨਰ ਕੈਪੀਟਲ ਅਕਾਊਂਟ ਤੁਸੀਂ ਡੈਬਿਟ ਕਰ ਦੋਗੇ ਟੂ ਕੈਸ਼, ਜਾਂ ਤੁਸੀਂ ਕੈਸ਼ ਲਿਖੋਗੇ ਜਾਂ ਤੁਸੀਂ ਚੈੱਕ ਲਿਖੋਗੇ ਵਿਦ ਦੀ ਅਮਾਉਂਟ ਵਿਡਰਾਅ। ਹੋ ਸਕਦਾ ਉਹ ਫੁੱਲ ਅਮਾਉਂਟ ਵਿਡਰਾਅ ਕਰ ਲੈਣ, ਪਾਰਸ਼ੀਅਲ ਅਮਾਉਂਟ ਵਿਡਰਾਅ ਕਰ ਲੈਣ, ਲਾਈਕ ਕੁਐਸਚਨ ਚ ਲਿਖਿਆ ਹੋਊਗਾ that half of the PFG is withdrawn, ਫਿਰ ਅਸੀਂ ਸਿਰਫ ਹਾਫ ਵਿਡਰਾਅ ਕਰਾਵਾਂਗੇ। ਠੀਕ ਹੈ, ਉਹ ਡਿਪੈਂਡ ਕਰਦਾ ਕਿ ਕੁਐਸਚਨ ਚ ਕੀ ਮੈਂਸ਼ਨਡ ਆ। ਉਹ ਤੋਂ ਬਾਅਦ ਬੇਟਾ ਹੋਰ ਸਾਡੇ ਕੋਲੇ ਇੱਕ ਇੰਪੋਰਟੈਂਟ ਚੀਜ਼ ਆਉਂਦੀ ਆ, that is when new partner is unable to bring PFG। ਜਾਂ ਤਾਂ ਉਹ ਸਾਰੀ ਅਮਾਉਂਟ ਨਹੀਂ ਲੈ ਕੇ ਆ ਪਾਇਆ PFG ਦੀ, ਜਾਂ ਫਿਰ ਉਹ ਕੁਝ ਪ੍ਰੋਪੋਰਸ਼ਨ ਨਹੀਂ ਲੈ ਕੇ ਆਇਆ PFG ਦਾ। ਸੋ ਬੇਟਾ ਅਗਰ ਨਿਊ ਪਾਰਟਨਰ PFG ਨਾ ਲੈ ਕੇ ਆ ਪਾਵੇ, ਫਿਰ ਚਲੋ ਮੈਂ ਇੱਕ ਐਗਜ਼ਾਮਪਲ ਦੇ ਥਰੂ ਤੁਹਾਨੂੰ ਇਹ ਕੇਸ ਦੱਸਦੀ ਹਾਂ। ਲੈਟ ਅਸ ਸਪੋਜ਼ that goodwill of the firm is 1 lakh, right? C ਜੋ ਨਿਊ ਪਾਰਟਨਰ ਆ ਉਹਨੂੰ ਅਸੀਂ ਐਡਮਿਟ ਕੀਤਾ ਵਾ 1/5 ਸ਼ੇਅਰ ਲਈ, ਸੋ C ਦਾ PFG ਕਿੰਨਾ ਹੋ ਜਾਂਦਾ ਵਾ 20,000। So C is supposed to bring in 20,000, but question ਚ ਲਿਖਿਆ ਹੋਵੇ ਜਾਂ ਤਾਂ ਉਹ ਪੂਰਾ 20,000 ਨਹੀਂ ਲੈ ਕੇ ਆ ਪਾਇਆ, ਜਾਂ ਫਿਰ ਲਿਖਿਆ ਹੋਇਆ C brought only 5,000 for PFG। C 5,000 ਲੈ ਕੇ ਆਇਆ ਆਪਣੇ PFG ਦਾ, ਤਾਂ ਪਹਿਲੀ ਐਂਟਰੀ ਕੀ ਹੋਊਗੀ ਬੇਟਾ, ਕੈਸ਼ ਟੂ PFG, ਅਮਾਉਂਟ ਰਿਕਾਰਡ ਕਰਾਂਗੇ ਜਿੰਨੇ ਪੈਸੇ ਉਹ ਲੈ ਕੇ ਆਇਆ, that is 5,000। ਐਂਡ ਸੈਕਿੰਡ ਐਂਟਰੀ ਕੀ ਹੋ ਜਾਊਗੀ, ਨੈਕਸਟ ਵਿੱਚ ਤਾਂ ਅਸੀਂ PFG ਡਿਸਟ੍ਰੀਬਿਊਟ ਕਰਨੀ ਹੁੰਦੀ ਆ, ਸੋ PFG ਟੂ ਸੈਕਰੀਫਾਈਸ, ਲੈਟ ਅਸ ਸਪੋਜ਼ AB ਨੇ, ਸੋ 5,000 ਇੱਥੇ ਲਿਖਾਂਗੇ, ਐਂਡ ਲੈਟ ਅਸ ਸਪੋਜ਼ ਕਿ ਜੋ AB ਉਹਨਾਂ ਦੀ ਸੈਕਰੀਫਾਈਸਿੰਗ ਰੇਸ਼ੋ ਇਕੁਅਲ ਬਣ ਰਹੀ ਆ, ਸੋ ਬੇਟਾ ਉਹ ਪਾਰਟਨਰਸ ਦੇ ਵਿੱਚ ਤਾਂ 20,000 ਹੀ ਡਿਸਟ੍ਰੀਬਿਊਟ ਹੋਊਗਾ। ਜੋ ਡੈਫੀਸ਼ੀਐਂਸੀ ਆ 15,000 ਦੀ, ਉਹਦੇ ਲਈ ਅਸੀਂ ਨਿਊ ਪਾਰਟਨਰ ਦੇ ਕਰੰਟ ਅਕਾਊਂਟ ਨੂੰ ਡੈਬਿਟ ਕਰਨਾ ਹੁੰਦਾ, so we will debit the current account of new partner with the amount of deficiency। ठीक है, and सारा 20,000 partners distribute कर देंगे, right? ठीक है बेटा, and in case वो 20 ਦਾ 20,000 ना लेके आ पाਉਂਦਾ बेटा, अगर लिखिया हुंदा C able to bring any amount for PFG, फिर बेटे ਅਸੀਂ ਕੀ ਕਰਦੇ, ਫਿਰ ਅਸੀਂ ਰਿਕਾਰਡ ਹੀ ਨਹੀਂ ਕਰਨੀ, ਬਿਕਾਜ਼ ਪੈਸੇ ਤੋਂ ਲੈ ਕੇ ਨਹੀਂ ਆਇਆ PFG ਦੇ। ਅਗਰ ਕੱਲੀ ਕੈਪੀਟਲ ਲਿਖੀ ਹੋਈ ਹੈ ਤਾਂ ਕੈਸ਼ ਸੀਜ਼ ਕੈਪੀਟਲ ਰਿਕਾਰਡ ਕਰ ਲਾਂਗੇ। ਸੈਕਿੰਡ ਐਂਟਰੀ ਹੋਊਗੀ, ਉਹਦੇ ਲਈ ਅਸੀਂ ਟੋਟਲ ਅਮਾਉਂਟ ਇਹ ਸੀ ਦਾ ਕਰੰਟ ਅਕਾਊਂਟ ਓਪਨ ਕਰਾਂਗੇ ਵਿਦ ਅਮਾਉਂਟ 20,000 ਐਂਡ ਪਾਰਟਨਰਸ ਚ ਡਿਸਟ੍ਰੀਬਿਊਟ ਕਰ ਦਾਂਗੇ ਉਸ 20,000 ਨੂੰ, ਸੈਕਰੀਫਾਈਸਿੰਗ ਰੇਸ਼ੋ ਇਕੁਅਲ ਯੂਜ਼ ਕੀਤਾ ਹੋਇਆ।
सो 10-10 आ गया। समझे गल बेटा? सिर्फ हिडन गुडविल रह गया हुण। चलो हिडन गुडविल मैं करानी है, पहला आप बेसिक क्वेश्चन देख लिए इत्थे तक। So beta, let us see a practical question. Vimal and Nirmal are partners in a firm. Ona the old ratio are 3:2. A new partner Kailash is admitted. Vimal gives 1/5 of his share and Nirmal gives 2/5 of his share in favor of Kailash. For the purpose of Kailash's admission, goodwill of the firm is valued at 75,000. एंड कैलाश जो आ अपनी सारी अमाउंट गुडविल दी कैश लेके आया एंड दैट अमाउंट इज रिटेन्ड इन द बिजनेस, मतलब विड्रॉल कुछ भी नहीं होया। ठीक है, सो सब तो पहला सैक्रिफाइसिंग रेशियो डिटरमिन कर लिए विमल एंड निर्मल दी। विमल गिव्स 1/5 ऑफ हिज शेयर, सो विमल दा शेयर आ 3/5, 1/5 तो कंट्रीब्यूट कर रहा वा, मतलब सैक्रिफाइस कर रहा, दैट इज 3/25 एंड निर्मल 2/5 ऑफ हिज शेयर, सो निर्मल दा शेयर आ 2/5 एंड 2/5 ही वो सैक्रिफाइस कर रहा, सो कितना बन गया 4/25। देयरफॉर बेटा सैक्रिफाइसिंग रेशियो कितनी बन गई अपने कोले 3:4। न्यू पार्टनर दा शेयर कैलकुलेट करना, दैट इज लास्ट शेयर, तो आप दोनों का सैक्रिफाइस ऐड कर देंगे, 3/25 प्लस 4/20 एंड हेंस इट इज 7/25। ठीक, सो देन आप की करेंगे बेटा, फर्म दी गुडविल गिवन आ, फर्म इज 5,000, लास्ट शेयर इज 75,000, 7/25 कैलकुलेट कर लो, so this is 21,000 and then बेटे 21,000 तुसी सैक्रिफाइसिंग रेशो विमल एंड निर्मल डिस्ट्रीब्यूट कर दोगे, दैट इज PFG टू निर्मल एंड फर्स्ट एंट्री भी बेटे पास कर दियो, दैट इज कैश टू PFG बिकॉज वो अमाउंट लेके आया 21,000 इन एंट्री 21,000 तुसी डिस्ट्रीब्यूट कर। सो बेटा सैक्रिफाइसिंग रेशियो च डिस्ट्रीब्यूट करना हुंदा 3:4 च डिस्ट्रीब्यूट करोगे, so this is 9,000 and 12,000. So let us solve another question. So beta in this question they have given B and C are in partnership sharing profits and losses as 3:1. They admit D as partner in the firm. D pays premium of 15,000 for 1/3 share of the profits. So beta B and C the old ratio given a B and C दी 3:1 and D ਨੂੰ admit ਕੀਤਾ ਗਿਆ ਵਾ for 1/3 share of the profits and B and C agrees to share future profits and losses equally, means B and C ਦੀ new ratio भी given आ, that is 1:1। ਇਹ ਬੇਟੇ ਸਾਰੇ ਪਾਰਟਨਰਸ ਦੀ ਨਵੀਂ ਰੇਸ਼ੋ ਨਹੀਂ ਆ, ਸਿਰਫ B and C ਦੀ new ratio ਆ। ਸੋ ਫਰਸਟ ਆਫ ਆਲ ਆਪਾਂ ਕੀ ਕਰਦੇ ਆ, ਗੇਨਿੰਗ ਔਰ ਸੈਕਰੀਫਾਈਸ ਡਿਟਰਮਿਨ ਕਰ ਲੈਂਦੇ ਆ। सो बेटे 1/3 लिए अगर D एडमिट किया तो रिमेनिंग शेयर कितना हो जाएगा 1 - 1/3 दैट 2/3 एंड 2/3 ਨੂੰ ਆਪਾਂ डिस्ट्रीब्यूट कर देंगे B and C च। अगर तुसी इक्वली वाली लाइन इग्नोर कर दोगे बेटा तो हो सकता तुसी 2/3 ਨੂੰ 3:1 च डिस्ट्रीब्यूट कर दो, जबकि करना किदे च बराबर बराबर। सो 2/3 1/2 1/2 and D दा शेयर तो पता ही आ 1/3, सेम कर लांगे तो रेशो कितनी होगी 2/6 2/6 2/6 1:1:1। ठीक है, और जो सी सैक्रिफाइस और गेन कैलकुलेट करना, सो व्हाट वी विल डू ओल्ड माइनस न्यू करांगे, सो B एंड C, B दा ओल्ड शेयर कितना 3/4, C दा ओल्ड शेयर कितना 1/4 एंड माइनस करांगे 1/3 1/3, we will get gain or sacrifice 5/12 in positive sacrifice। नेक्स्ट की आ गया बेटा 3 - 4/12, so in negative gain। So this is an important question, right? So हम बेटे आप एंट्री की रिकॉर्ड करांगे,
ਜਦੋਂ ਇੱਕ ਪਾਰਟਨਰ ਗੇਨ ਕਰਦਾ ਤਾਂ ਅਸੀਂ ਐਂਟਰੀ ਕੀ ਰਿਕਾਰਡ ਕਰਦੇ ਹੁੰਨੇ ਆ PFG, then gaining partner ਨੂੰ ਵੀ ਡੈਬਿਟ ਕੀਤਾ ਜਾਂਦਾ C's capital account, sacrificing partner that is C's capital account. So PFG questions already given are 15,000. So ਕਈ ਵਾਰੀ ਬੱਚੇ ਕੀ ਕਰਦੇ ਹੋ 15,000 ਨੂੰ ਹੀ ਡਿਸਟ੍ਰੀਬਿਊਟ ਕਰਨ ਲੱਗ ਜਾਂਦੇ ਆ ਬੇਟਾ ਅਗਰ ਕਿਸੇ ਵੀ ਕੁਐਸਚਨ ਦੇ ਵਿੱਚ ਇੱਕ ਪਾਰਟਨਰ ਗੇਨ ਐਂਡ ਦੂਸਰਾ ਸੈਕਰੀਫਾਈਸ ਕਰ ਰਿਹਾ ਤਾਂ ਤੁਸੀਂ ਸਭ ਤੋਂ ਪਹਿਲਾਂ ਟੋਟਲ ਗੁੱਡਵਿਲ ਡਿਟਰਮਿਨ ਟੋਟਲ ਗੁੱਡਵਿਲ ਕਿਵੇਂ ਡਿਟਰਮਿਨ ਕਰੋਗੇ ਜੋ ਨਵੇਂ ਪਾਰਟਨਰ ਦੀ PFG ਦੋਗੇ ਨਿਊ ਪਾਰਟਨਰ ਦੇ ਸ਼ੇਅਰ ਦੇ ਰੈਸਟ ਸੋ ਨਿਊ ਪਾਰਟਨਰ ਦਾ ਸ਼ੇਅਰ ਆ 1/3 3/1 ਸੋ ਸਾਡੇ ਕੋਲੇ ਫਰਮ ਦੀ ਗੁੱਡਵਿਲ ਕਿੰਨੀ ਆ ਗਈ 45,000 ਸੋ ਦਿਸ ਟਾਈਮ ਬੇਟਾ ਆਪਾਂ 45,000 ਨੂੰ ਮਲਟੀਪਲਾਈ ਕਰਾਵਾਂਗੇ ਸੈਕਰੀਫਾਈਸ ਜਾਂ ਫਿਰ ਗੇਨ ਦੇ ਨਾਲ ਰਾਈਟ ਸੋ C ਨੂੰ ਕਿੰਨੇ ਨਾਲ ਡੈਬਿਟ ਕਰੋਗੇ 45,000 plus his gaining share that is 1/12 each amount किमें लिखोगे 45,000 his sacrificing share ठीक है so here we will get 3750 and here 18750 ਸਮਝੇ ਬੇਟਾ hidden goodwill means ਕਿ ਜਦੋਂ ਕੁਐਸਚਨ ਦੇ ਵਿੱਚ ਨਾ ਗੁੱਡਵਿਲ ਦੀ ਵੈਲਿਊ ਜੋ ਆ ਉਹ ਮਿਸਿੰਗ ਆ ਕਿ ਗੁੱਡਵਿਲ ਜੋ ਆ ਤੁਹਾਨੂੰ ਗਿਵਨ ਹੀ ਨਹੀਂ ਹੈਗੀ ਕੁਐਸਚਨ ਦੇ ਵਿੱਚ ਨਾ ਤਾਂ ਫਰਮ ਦੀ ਗੁੱਡਵਿਲ ਗਿਵਨ ਆ ਨਾ ਹੀ ਇਹ ਗਿਵਨ ਆ ਕਿ ਪਾਰਟਨਰ ਜੋ ਆ ਉਹ ਕਿੰਨੀ ਅਮਾਉਂਟ ਲੈ ਕੇ ਆ ਰਿਹਾ ਠੀਕ ਹੈ ਸੋ ਜੋ ਵੈਲਿਊ ਆ ਉਹ ਮਿਸਿੰਗ ਹੁੰਦੀ ਆ ਐਂਡ ਨਾਰਮਲੀ ਇਸ ਸਿਨੈਰੀਓ ਦੇ ਵਿੱਚ ਇਹ ਅਸਿਊਮ ਕੀਤਾ ਜਾਂਦਾ that partner is unable to bring in any goodwill in cash ਤਾਂ ਨਾਰਮਲੀ ਅਸੀਂ ਜੋ ਉਹ ਨਿਊ ਪਾਰਟਨਰ ਹੁੰਦਾ ਵਾ ਉਹਦਾ ਕਰੰਟ ਅਕਾਊਂਟ ਓਪਨ ਕਰਦੇ ਆ ਇਸ ਕੇਸ 'ਚ ਠੀਕ ਹੈ ਐਂਡ ਜਿਵੇਂ ਆਪਾਂ ਨਾਰਮਲ PFG ਡਿਸਟ੍ਰੀਬਿਊਟ ਕਰਦੇ ਹੁੰਦੇ ਆ ਸੈਕਰੀਫਾਈਸਿੰਗ ਪਾਰਟਨਰਸ ਉਵੇਂ ਆਪਾਂ ਡਿਸਟ੍ਰੀਬਿਊਟ ਕਰ ਦਿੰਦੇ ਆ ਠੀਕ ਹੈ ਬਟ ਪਾਰਟਨਰ ਦਾ ਕਰੰਟ ਅਕਾਊਂਟ ਓਪਨ ਕਰਦੇ ਆ ਹੁਣ ਦ ਮੇਨ ਥਿੰਗ ਇਜ਼ ਹਾਊ ਟੂ ਫਾਈਂਡ ਦ ਹਿਡਨ ਗੁੱਡਵਿਲ ਕਿ ਹਿਡਨ ਗੁੱਡਵਿਲ ਦੀ ਵੈਲਿਊ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਆ ਬੇਟੇ ਉਹਦੇ ਲਈ ਸਾਡੇ ਕੋਲੇ ਦੋ ਸਟੈਪਸ ਹੁੰਦੇ ਆ ਫਰਸਟ ਇਜ਼ to calculate the total capital including goodwill ਹੁਣ total capital calculate ਕਰਨੀ ਆ ਜਿਹਦੇ ਚ goodwill included ਹੋਵੇ ਉਹਦੇ ਲਈ you have this one formula that is new partners capital ਜੋ ਕਿ ਹਮੇਸ਼ਾ given ਹੋਊਗੀ and multiply ਕਰੋਗੇ ਉਹਦੇ share ਦੇ reciprocal ਨਾਲ for example new partner bring in 50,000 as his amount of capital and ਉਹ ਜੋ ਆ firm ਚ ਆਇਆ ਵਾ for 1/5 share लिए so अगर 1/5 share लिए new partner admit होया तो the share the reciprocal कितना हो गया 5/1 so therefore total capital including goodwill will be 2,50,000 then beta next step on the to calculate the total capital excluding goodwill ਇਹਦੇ ਚ ਬੱਚੇ ਨਾਰਮਲੀ ਗੜਬੜ ਕਰਦੇ ਆ ਬੇਟਾ ਸੋ ਇਹਦੇ ਚ ਤੁਸੀਂ ਕੀ ਕਰਨਾ ਜੋ ਵੀ ਤੁਹਾਡੇ old partners ਨੇ ਤੁਸੀਂ ਉਹ old partners ਦੇ capital balances ਲੈਣੇ ਹੁੰਦੇ ਆ ਠੀਕ ਹੈ so you will take the capital of old partners as well as new partners capital so beta ਤੁਸੀਂ old partner ਦੀ capital ਦੇ ਨਾਲ ਨਾਲ ਨਵੇਂ partner ਦੀ ਵੀ capital add ਕਰਨੀ ਹੁੰਦੀ ਆ so first point is ਕਿ ਬੱਚੇ ਜੋ ਆ ਉਹ ਨਵੇਂ partner ਦੀ capital add ਕਰਾਉਣੀ ਭੁੱਲ ਜਾਂਦੇ ਆ ਹੁਣ ਬੇਟਾ the main twist is ਕਿ ਜੋ old partners ਦੀਆਂ capitals ਨੇ that must be taken after all adjustments so ਆ ਜੋ capitals ਤੁਸੀਂ ਲੈਣੀਆਂ ਹੁੰਦੀਆਂ ਬੇਟਾ ਇਹ ਸਾਰੀਆਂ adjustments ਤੋਂ ਬਾਅਦ ਹੋਣੀਆਂ ਚਾਹੀਦੀਆਂ ਸੋ ਤੁਸੀਂ ਉਹਨੂੰ ਕਿਵੇਂ ਕੈਲਕੂਲੇਟ ਕਰੋਗੇ ਬੇਟਾ ਜੋ ਪਾਰਟਨਰ A ਦਾ ਕੈਪੀਟਲ ਬੈਲੈਂਸ ਆ ਐਂਡ ਜੋ ਪਾਰਟਨਰ B ਦਾ ਕੈਪੀਟਲ ਬੈਲੈਂਸ ਆ ਉਹਦੇ ਚ ਜਿੰਨੇ ਵੀ ਰਿਜ਼ਰਵਸ ਵਗੈਰਾ ਦਾ ਸ਼ੇਅਰ ਜੋ ਪਾਰਟਨਰਸ ਨੂੰ ਮਿਲਣਾ ਹੁੰਦਾ ਜੋ ਵੀ ਚੀਜ਼ਾਂ ਆਪਾਂ ਪਾਰਟਨਰ ਨੂੰ ਕ੍ਰੈਡਿਟ ਕਰਦੇ ਆ ਉਹਨਾਂ ਨੂੰ ਤੁਸੀਂ ਐਡ ਕਰ ਲੈਣਾ ਠੀਕ ਹੈ that could be P&L ਦਾ ਕ੍ਰੈਡਿਟ ਬੈਲੈਂਸ ਰਾਈਟ ਐਂਡ ਜੋ ਚੀਜ਼ਾਂ ਪਾਰਟਨਰ ਨੂੰ ਡੈਬਿਟ ਕੀਤੀਆਂ ਜਾਂਦੀਆਂ ਪਾਰਟਨਰਸ ਕੈਪੀਟਲ ਅਕਾਊਂਟ like P&L account ਦਾ ਡੈਬਿਟ ਬੈਲੈਂਸ advertisement suspense and so ਤੁਸੀਂ ਉਹਨਾਂ ਨੂੰ ਮਾਈਨਸ ਕਰ ਦੋਗੇ ਐਂਡ ਬੇਟੇ ਇਨ ਕੇਸ ਰੀਵੈਲੂਏਸ਼ਨ ਪ੍ਰੋਫਿਟ ਗਿਵਨ ਆ ठीक है जिवें लॉन्ग क्वेश्चंस ਆਪਾਂ ਰੀਵੈਲੂਏਸ਼ਨ ਵੀ ਬਣਾਉਂਦੇ ਹੁੰਦੇ ਆ ਤਾਂ ਰੀਵੈਲੂਏਸ਼ਨ ਪ੍ਰੋਫਿਟ ਵੀ ਪਲੱਸ ਕਰੋਗੇ ਐਂਡ ਅਗਰ ਰੀਵੈਲੂਏਸ਼ਨ ਲਾਸ ਆ ਤਾਂ ਉਹਨੂੰ ਮਾਈਨਸ ਕਰ ਲਓਗੇ ਸੋ ਕਈ ਵਾਰੀ ਬੇਟਾ ਕੀ ਹੋ ਜਾਂਦਾ ਕਿ 올ਡ ਪਾਰਟਨਰਸ ਦੀਆਂ ਕੈਪੀਟਲਸ ਜੋ ਨੇ ਉਹ ਡਾਇਰੈਕਟਲੀ ਨਹੀਂ ਗਿਵਨ ਹੁੰਦੀਆਂ ਮਤਲਬ ਸਾਨੂੰ ਨਾ ਕੈਪੀਟਲ ਇੰਪਲੋਇਡ ਵਾਲਾ ਫਾਰਮੂਲਾ ਵੀ ਯੂਜ਼ ਕਰਨਾ ਪੈ ਜਾਂਦਾ ਸੋ ਕੈਪੀਟਲ ਇੰਪਲੋਇਡ ਦੇ ਕੇਸ ਤੁਹਾਨੂੰ ਦੋਨੋਂ ਅਪਰੋਚਸ ਕਲੀਅਰ ਨੇ that is asset side approach and liability side approach so beta asset side approach ਦੇ accordingly ਆਪਾਂ capital ਕਿਵੇਂ calculate ਕਰਦੇ ਆ all assets
ਮਾਈਨਸ ਆਊਟਸਾਈਡ ਲਾਇਬਿਲਿਟੀਜ਼ ਐਂਡ ਲਾਇਬਿਲਿਟੀ ਸਾਈਡ ਅਪਰੋਚ ਦੇ ਅਕੋਰਡਿੰਗਲੀ ਆਪਾਂ ਕਿਵੇਂ ਕੈਲਕੂਲੇਟ ਕਰਦੇ, ਜਿਵੇਂ ਕਿ ਮੈਂ ਉੱਪਰ ਵੀ ਤੁਹਾਨੂੰ ਦੱਸਿਆ ਇੱਥੇ। ਸੋ ਦਿਸ ਇਜ਼ ਲਾਇਬਿਲਿਟੀ ਸਾਈਡ ਅਪਰੋਚ, ਦੈਟ ਇਜ਼ ਕੈਪੀਟਲ ਪਲੱਸ ਰਿਜ਼ਲਟਸ। ਐਂਡ ਬੇਟਾ ਦੋਨੋਂ ਕੇਸਿਸ ਦੇ ਵਿੱਚ 3 ਐਕਸੈਪਸ਼ਨਸ ਹੁੰਦੀਆਂ ਜੋ ਮਾਈਨਸ ਕਰਨੀਆਂ ਹੁੰਦੀਆਂ, ਦੈਟ ਇਜ਼ ਓਲਡ ਗੁੱਡਵਿਲ, ਨॉन ट्रेड इन्वेस्टमेंट एंड फिक्टिशियस एसेट्स। ठीक है, चाहे तुसी दोनों चो कोई भी अप्रोच यूज करो, तुसी ये 3 चीज़ां बेटे माइनस करोगे। ठीक, एंड ਇਹਦੇ ਚ ਵੀ ਜੋ ਬੱਚੇ ਗੜਬੜ ਨਾਰਮਲੀ ਕਰਦੇ ਆ ਉਹ ਕੀ ਕਰਦੇ ਆ ਕਿ ਠੀਕ ਹੈ ਕੈਪੀਟਲ ਇੰਪਲੋਇਡ ਆ ਗਈ, ਉਹ ਤੋਂ ਬਾਅਦ ਉਹ ਇਹਦੇ ਬੇਸਿਸ ਤੇ ਹੀ ਆਪਣੀ ਗੁੱਡਵਿਲ ਕੈਲਕੂਲੇਟ ਕਰਨ ਲੱਗ ਜਾਂਦੇ ਆ। ਬੇਟਾ ਜੋ ਅਸੀਂ ਕੈਪੀਟਲ ਇੰਪਲੋਇਡ ਕੈਲਕੂਲੇਟ ਕੀਤੀ ਆ ਨਾ, ਦਿਸ ਇਜ਼ ਫॉर ओल्ड फर्म। ਸੋ ਇਹ ਜੋ ਕੈਪੀਟਲਸ ਵੀ ਆਉਣਗੇ ओल्ड ਪਾਰਟਨਰਸ ਹੀ ਆਉਣਗੀਆਂ, ਐਂਡ ਇਹਨਾਂ ਦੇ ਵਿੱਚ ਤੁਸੀਂ ਨਹੀਂ ਭੁੱਲਣਾ ਕਿ ਤੁਸੀਂ ਨਵੇਂ ਪਾਰਟਨਰ ਦੀ ਕੈਪੀਟਲ ਐਡ ਕਰਵਾਉਣੀ ਹੁੰਦੀ ਆ। ਠੀਕ ਹੈ, ਨਿਊ ਪਾਰਟਨਰ ਦੀ ਕੈਪੀਟਲ ਹਮੇਸ਼ਾ ਐਡ ਕਰਨੀ ਯਾਦ ਰੱਖਣੀ ਆ ਤੁਸੀਂ। ਉਹ ਤੋਂ ਬਾਅਦ 'ਚ ਬੇਟਾ ਤੁਸੀਂ ਗੁੱਡਵਿਲ ਕਿਵੇਂ ਕੈਲਕੂਲੇਟ ਕਰ ਲਓਗੇ, ਐਂਡ ਜੋ ਤੁਹਾਡੇ ਕੋਲੇ ਵੈਲਿਊ ਆਊਗੀ ਨਾ ਬੇਟੇ, ਉਹ ਫਰਮ ਦੀ ਗੁੱਡਵਿਲ ਦੀ ਵੈਲਿਊ ਆਊਗੀ। ਦੈਟ ਇਜ਼ ਦ ਡਿਫਰੈਂਸ ਬਿਟਵੀਨ ਥੀਸ ਟੂ ਸਟੈਪਸ। ਸੋ ਸਟੈਪ 1 ਮਾਈਨਸ ਸਟੈਪ 2 ਕਰਕੇ ਜੋ ਤੁਹਾਡੇ ਕੋਲੇ ਵੈਲਿਊ ਆਊਗੀ ਦੈਟ ਵਿਲ ਬੀ ਦ ਗੁੱਡਵਿਲ ਆਫ ਦੀ ਫਰਮ, ਤੇ ਉਹਦੇ 'ਚ ਤੁਸੀਂ ਨਵੇਂ ਪਾਰਟਨਰ ਦਾ ਸ਼ੇਅਰ ਕੈਲਕੂਲੇਟ ਕਰ ਲਿਆ ਕਰੋਗੇ। ਨਿਊ ਪਾਰਟਨਰ ਸ਼ੇਅਰ ਕਿਵੇਂ ਕੈਲਕੂਲੇਟ ਕਰੋਗੇ, ਜੋ ਵੀ ਵੈਲਿਊ ਆਊਗੀ ਫਰਮ ਦੀ ਗੁੱਡਵਿਲ ਦੀ ਉਹਨੂੰ ਤੁਸੀਂ ਉਹਦੇ ਸ਼ੇਅਰ ਨਾਲ ਮਲਟੀਪਲਾਈ ਕਰ ਦੋਗੇ, then ਤੁਸੀਂ ਆਪਣਾ normal question ਵਾਂਗੂ entries ਪਾਸ ਕਰ ਲਓਗੇ। So let us see a comprehensive question for hidden goodwill। So ਬੇਟਾ ਇਸ question ਦੇ ਵਿੱਚ ਕੀ given ਆ, Harit is admitted as a partner for 1/4 share for which he brings 2 lakh as capital। So new partner ਦਾ share given ਆ and ਉਹਦਾ capital balance given ਆ, and ਇਹ ਵੀ ਲਿਖਿਆ ਹੋਇਆ that he is unable to bring his share of goodwill, and ਤੁਸੀਂ ਗੁੱਡਵਿਲ ਦੀ ਐਡਜਸਟਮੈਂਟ ਦੀ ਐਂਟਰੀ ਪਾਸ ਕਰਨੀ ਆ। ਸੋ ਦੇਖੋ ਬੇਟਾ ਆਪਾਂ ਹੁਣ ਜਦੋਂ ਗੁੱਡਵਿਲ ਕੈਲਕੂਲੇਟ ਕਰਨੀ ਆ ਤਾਂ 2 ਸਟੈਪਸ ਹੁੰਦੇ ਆ। ਸਭ ਤੋਂ ਪਹਿਲਾਂ ਟੋਟਲ ਕੈਪੀਟਲ including goodwill, that is new partner's capital into reciprocal of his share, so that will be 8 lakh। ਹੁਣ ਇਸ 8 lakh ਚੋਂ ਅਸੀਂ ਮਾਈਨਸ ਕੀ ਕਰਨਾ ਹੁੰਦਾ ਬੇਟਾ, total capital excluding goodwill, right? ਐਂਡ ਉਹ ਜੋ ਟੋਟਲ ਕੈਪੀਟਲ ਐਕਸਕਲੂਡਿੰਗ ਗੁੱਡਵਿਲ ਅਸੀਂ ਕੈਲਕੂਲੇਟ ਕਰਨੀ ਆ, ਉਹਦੇ ਲਈ ਸਾਡੇ ਕੋਲੇ 2 ਅਪਰੋਚਿਸ ਆ, ਐਂਡ ਦੋਨੋਂ ਅਪਰੋਚਿਸ ਨਾਲ ਬੇਟੇ ਆਨਸਰ ਸੇਮ ਆਊਗਾ। ਦੇਖੋ ਅਗਰ ਤੁਸੀਂ ਐਸੈਟ ਸਾਈਡ ਅਪਰੋਚ ਯੂਜ਼ ਕਰ ਰਹੇ ਹੋ ਤਾਂ ਤੁਸੀਂ ਕੀ ਕਰਨਾ, all assets, so all assets means the total value is 650 minus outside liabilities। so outside liabilities ਕਿਹੜੀਆਂ ਨੇ, bank OD, outstanding expenses and sundry creditors, that is 50, 10 and 90। so minus 50,000, 10,000 and 90,000। ਉਹ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਕਿ ਅਸੀਂ 3 ਚੀਜ਼ਾਂ ਜੋ ਐਕਸਕਲੂਡ ਕਰਨੀਆਂ ਹੁੰਦੀਆਂ, that is goodwill, old goodwill, non trade investments and fictitious assets। so ਇਸ question 'ਚ ਤਾਂ ਸਿਰਫ old goodwill ਹੀ ਆ, ਤਾਂ ਉਹ ਵੀ ਮਾਈਨਸ ਕਰਨੀ ਆ। ਸੋ ਦੇਖੋ ਬੇਟਾ ਜੋ ਅਸੀਂ ਆ ਫਾਰਮੂਲਾ ਯੂਜ਼ ਕੀਤਾ, ਦਿਸ ਇਜ਼ ਫॉर ਕੈਪੀਟਲ ਇੰਪਲੋਇਡ, ਐਂਡ ਅਸੀਂ ਆ ਕੈਪੀਟਲ ਇੰਪਲੋਇਡ ਐਸੈਟ ਸਾਈਡ ਅਪਰੋਚ ਦੇ ਨਾਲ ਕੈਲਕੂਲੇਟ ਕੀਤੀ। ਕਿੰਨੀ ਬਣ ਰਹੀ ਆ, 4,20,000। ਸੋ ਸੇਮ ਸਭ ਤੋਂ ਪਹਿਲਾਂ ਆਪਾਂ ਇੱਕ ਵਾਰੀ ਲਾਇਬਿਲਿਟੀ ਸਾਈਡ ਅਪਰੋਚ ਦੇ ਨਾਲ ਵੀ ਕੈਪੀਟਲ ਇੰਪਲੋਇਡ ਕੈਲਕੂਲੇਟ ਕਰ ਲੈਂਦੇ ਆ। ਫॉर दैट what we need to do is ਕਿ ਅਸੀਂ ਕੈਪੀਟਲਸ ਐਡ ਕਰਨੀਆਂ ਨੇ। ਠੀਕ ਹੈ, 2 lakh 2 lakh प्लस ਅਸੀਂ अगर कोई भी रिजर्व आ वो भी ऐड करना, that is 1 lakh, and then 3 चीज़ां जो ਤੁਹਾਨੂੰ ਦੱਸੀਆਂ ਸੀ ਮਾਈਨਸ ਕਰਨ ਲਈ, एंड इस क्वेश्चन 'ਚ ਕਿਉਂਕਿ ਸਿਰਫ ਗੁੱਡਵਿਲ ਗਿਵਨ ਆ ਤਾਂ ਸਿਰਫ ਗੁੱਡਵਿਲ ਹੀ ਮਾਈਨਸ ਹੋਊਗੀ, that is 80,000। ਐਂਡ ਇਹਦੇ ਨਾਲ ਵੀ ਸਾਡੇ ਕੋਲ ਆਨਸਰ ਕਿੰਨਾ ਆ ਰਿਹਾ, 4,20,000। ठीक है, चाहे दोनों चो तुसी कोई भी अप्रोच यूज करो बेटा, ਤੁਹਾਡੇ ਕੋਲੇ कैपिटल इंप्लॉयड ਦਾ आंसर सेम ਆਊਗਾ। ਹੁਣ ਬੱਚੇ ਜੋ ਗੜਬੜ ਕਰਦੇ ਆ ਨਾ, ਉਹ 8 ਲੱਖ ਚੋਂ 420 ਹੀ ਮਾਈਨਸ ਕਰਾ ਦਿੰਦੇ ਹਨ, ਗੁੱਡਵਿਲ ਕੈਲਕੂਲੇਟ ਕਰ ਲੈਂਦੇ ਆ। ਬਟ ਬੇਟਾ ਜੋ ਅਸੀਂ ਆ 420 ਵੈਲਿਊ ਕੈਲਕੂਲੇਟ ਕੀਤੀ ਆ, ਦਿਸ ਇਜ਼ ਕੈਪੀਟਲ ਇੰਪਲੋਇਡ ਆਫ ओल्ड ਪਾਰਟਨਰਸ, ਰਾਈਟ? ਇਹ ਤਾਂ ਸਿਰਫ ओल्ड ਪਾਰਟਨਰਸ ਦੀ ਕੈਪੀਟਲ ਇੰਪਲੋਇਡ ਆਈ ਆ, ਤਾਂ ਇਹਦੇ ਚ ਨਵੇਂ ਪਾਰਟਨਰ ਦੀ ਵੀ ਕੈਪੀਟਲ ਐਡ ਕਰਨੀ ਆ। फिर जो थोड़े कोले वैल्यू आऊगी that will be total capital excluding goodwill, that is 6,20,000। and इन्हां नूं जदों तुसी माइनस करोगे 1,80,000, so this is your goodwill of the firm, and partner दा share आ 1/4, so तुसी इहदे च हरित दा share calculate कर लोगे।
सो हरित का शेयर कितना बन जाऊगा 1,80,000 ਦਾ 1/4 that is 45,000 पे एंट्री की पास करोगे बेटे फर्स्ट एंट्री तुसी पास कर सकते हो कैश टू हरित कैपिटल because Harit has brought his capital in cash that is 2 lakh and ਉਹ ਤੋਂ ਬਾਅਦ ਤੁਸੀਂ ਗੁੱਡਵਿਲ ਦੀ ਐਂਟਰੀ ਕੀ ਪਾਸ ਕਰੋਗੇ as I have told you ਕਿ ਤੁਸੀਂ ਕੀ ਕਰਨਾ ਹਰਿਤ ਦਾ ਕਰੰਟ ਅਕਾਊਂਟ ਓਪਨ ਕਰਨਾ so Harit's current account with amount of his share of goodwill that is 45,000 to बाकी दो पार्टनर्स कौन है अमित एंड सुमित to Amit's capital to Sumit's capital right and distribute कर दोगे PFG नो 22,500 ठीक है क्योंकि वो इक्वल पार्टनर सीगे ना एंड ਉਹ ਤੋਂ ਬਾਅਦ ਨਿਊ ਪਾਰਟਨਰ ਦਾ ਸ਼ੇਅਰ ਗਿਵਨ ਸੀ ਤਾਂ 올ਡ ਹੀ ਸੈਕਰੀਫਾਈਸਿੰਗ ਹੋ ਜਾਊਗੀ ਸੋ ਇਸ ਕੇਸ ਜੋ ਸੈਕਰੀਫਾਈਸਿੰਗ ਰੇਸ਼ੋ ਆ 1:1 ਹੀ ਬਣ ਗਈ ਸੋ ਬੇਟਾ ਦਿਸ ਇਜ਼ ਦ ਕੇਸ ਆਫ ਹਿਡਨ ਗੁੱਡਵਿਲ ਐਂਡ ਇਹ ਟੌਪਿਕ ਵੀ ਤੁਸੀਂ ਯਾਦ ਰੱਖਣਾ ਓਕੇ ਸੋ ਹੁਣ ਆਪਣੇ ਕੋਲੇ ਨਾ ਇੱਕ ਇਲਸਟ੍ਰੇਸ਼ਨ ਆ So beta this is the illustration regarding the important cases of revaluation of assets and reassessment of liabilities. ठीक है and ਇਹਦੇ ਚ ਬੇਟਾ ਸਾਰੇ ਉਹ points ਹੈਗੇ ਆ undervalued overvalued ਜਿਹਦੇ ਚ normally ਬੱਚਿਆਂ ਨੂੰ problems ਆਉਂਦੀਆਂ ਨੇ book value ਵਗੈਰਾ ਉਹ ਸਾਰਾ ਕੁਝ ਤਾਂ question ਹੁਣ ਤੁਸੀਂ solve ਕਰੋਗੇ and ਜਿਹਦੇ ਚ ਜਿਹੜੀ entry ਚ problem ਆਊਗੀ I'll help you. ठीक है so let us see first part. The value of furniture is to be increased by 10,000. बेटे ਜਦੋਂ ਵੀ word by ਲਿਖਿਆ ਹੁੰਦਾ ਨਾ it means directly ਉਹਨਾਂ ਨੇ ਸਾਨੂੰ difference amount ਦੱਸੀ ਹੋਈ ਆ ਕਿ actual ਚ ਕਿੰਨੀ amount ਦੇ ਨਾਲ ਉਹ asset increase ਜਾਂ decrease ਹੋਇਆ. So what will be the entry for first part? Very good beta. Very good. So the entry will be furniture account debited to revaluation account with amount 10,000 because by करके लिखा होया so it means directly उन्होंने सानू difference दस्या होया कि asset किन्नी value नाल increase हो रहा and जदों भी asset increase हुंदा असी revaluation account नू credit करदे हैं है ना तो asset account debit हो जाऊगा right next देखो बेटा the value of furniture is to be increased to 40,000 so बेटे जदों आह 2 दे नाल amount लिखी हुंदी है ना it means they have given us the new value right and उस furniture दी book value कितनी सीगी 20,000 so पहला 20,000 सी हुण furniture 40,000 दा हो गया so what will be the entry very good beta furniture account debited to revaluation account so this is 20,000 20,000 ਕਿਵੇਂ ਆਇਆ ਆਪਾਂ ਜੋ ਦੀ new value ਆ and book value ਆ ਉਹਦਾ difference खुद calculate कर लिया कोई बच्चा ये ना सोचे कि ਅਸੀਂ book value लिखी आ ठीक है so कितनी amount नाल actual च furniture जो आ वो increase होया and बेटे 2 and by च बच्चों ਨੂੰ हमेशा confusion रहंदी आ ठीक है so इस चीज ਦਾ ख्याल रखना तुसी so now let us move to the third part third की given है बेटा the value of furniture is to be brought up to 120% of its value so बेटे book value ਆ 50,000 and ਹੁਣ ਉਹਨਾਂ ਨੇ 2 ਲਿਖਿਆ ਨਾ means ਤੁਸੀਂ 120% ਤੇ ਲੈ ਜਾਣਾ ਵਾ furniture ਨੂੰ so ਸਭ ਤੋਂ ਪਹਿਲਾਂ ਤੁਸੀਂ 50,000 ਦਾ 120% calculate ਕਰੋਗੇ and that will be 60,000 है ना and this is the new value बेटा because ਉਹਨਾਂ ਨੇ ਕਿਹਾ ਨਾ ਕਿ furniture ਨੂੰ ਤੁਸੀਂ 120% ਕਰ ਦੇਣਾ so ਆ ਨਵੀਂ value ਆ book value ਸੀਗੀ 50 so 50 ਤੋਂ 60 ਕਰਨਾ furniture ਤਾਂ it means furniture ਜੋ ਆ ਉਹ 10,000 ਨਾਲ increase ਹੋ ਰਿਹਾ the correct answer is furniture to revaluation ठीक है with amount 10,000 ठीक ਸੋ ਉਹਨਾਂ ਨੇ ਤੁਹਾਨੂੰ ਤਿੰਨੋਂ ਕੇਸਿਸ ਚ ਕੀ ਦਿੱਤਾ ਇੱਕ ਚ ਡਾਇਰੈਕਟਲੀ ਬਾਈ ਗਿਵਨ ਸੀ ਇੱਕ ਚ 2 ਦੇ ਨਾਲ ਅਮਾਉਂਟ ਗਿਵਨ ਸੀ ਇੱਕ ਚ 2 ਦੇ ਨਾਲ ਪਰਸੈਂਟੇਜ ਗਿਵਨ ਸੀ ਸੋ ਨਵੀਂ ਵੈਲਿਊ ਕੈਲਕੂਲੇਟ ਵੀ ਕਰਨੀ ਪਈ ਐਂਡ ਡਿਫਰੈਂਸ ਵੀ ਲੱਭਣਾ ਪਿਆ ਠੀਕ ਹੈ ਉਹ ਤੋਂ ਬਾਅਦ 4th and 5th important entries
So stock is undervalued by 10% and the book value is 18,000. So ਉਹਨਾਂ ਨੇ ਬੇਟਾ ਕੀ ਲਿਖਿਆ ਹੋਇਆ ਕਿ ਸਟਾਕ ਜੋ ਆ ਉਹ 10% ਨਾਲ ਅੰਡਰਵੈਲਿਊਡ ਆ। ਅਸੀਂ ਹਮੇਸ਼ਾ ਅਸਿਊਮ ਕਰਨਾ ਹੁੰਦਾ ਵੀ ਕੋਈ ਵੀ ਐਸੈਟ ਹੋਵੇ, ਕੋਈ ਵੀ ਲਾਇਬਿਲਿਟੀ ਹੋਵੇ, ਹਮੇਸ਼ਾ 100% ਤੇ ਵੈਲਿਊ ਕੀਤੀ ਜਾਂਦੀ ਆ। ਅਗਰ 10% ਘੱਟ ਵੈਲਿਊ ਕੀਤਾ ਗਿਆ, ਇਟ ਮੀਨਸ ਸਟਾਕ ਉਹਨਾਂ ਨੇ 90% ਤੇ ਵੈਲਿਊ ਕਰ ਲਿਆ, ਹੋਣਾ ਚਾਹੀਦਾ 100% ਤੇ। So with this you will be calculating the original value. Yes beta, that is 20,000. So 20,000 ਦਾ stock ਹੋਣਾ ਚਾਹੀਦਾ but ਤੁਸੀਂ 18,000 ਲਿਖਿਆ ਹੋਇਆ, means ਤੁਸੀਂ 2,000 ਘੱਟ record ਕੀਤਾ ਹੋਇਆ। So ਬੇਟੇ ਤੁਸੀਂ entry ਕੀ ਪਾਸ ਕਰੋਗੇ? So entry is stock account debited to valuation account with amount 2,000। ਬੇਟੇ difference amount ਹੀ ਲਿਖਣੀ ਆ, ਠੀਕ ਹੈ। I hope ਤੁਹਾਨੂੰ ਸਮਝ ਆਇਆ ਕਿ ਅਸੀਂ original value ਕਿਵੇਂ calculate ਕੀਤੀ, right? So stock ਬੇਟੇ overvalued ਆ by 10% and the book value of the stock is 22,000. very good ਬੇਟਾ। So it means ਤੁਸੀਂ ਸਮਝ ਗਏ ਹੋ। So ਦੇਖੋ ਬੇਟਾ 22,000 book value given and the stock is overvalued by 10%, means the stock is valued at 110%, right? And वो 100% ਤੇ ਹੋਣਾ ਚਾਹੀਦਾ। So original value calculate ਕੀਤੀ 20,000। So 20,000 ਦਾ stock ਬਣਦਾ but ਅਸੀਂ value ਕਿੰਨੀ ਲਿਖੀ ਹੋਈ ਆ 22,000, ਮਤਲਬ ਅਸੀਂ 2,000 extra ਲਿਖਿਆ ਹੋਇਆ। So hence entry ਕੀ ਪਾਸ ਕਰ ਦਾਂਗੇ ਬੇਟਾ revaluation account। this time ਅਸੀਂ stock ਦੀ value decrease ਕਰਨੀ ਆ, ठीक है। So next देख लेने हैं बेटा, market value of computers is 25,000 जबकि book value सीगी 20,000। So 20,000 ਦਾ computer ਸੀ जो कि ਹੁਣ 25,000 ਦਾ ਹੋ ਗਿਆ। So what will be the entry? Very good, because computer ਦੀ value increase ਹੋ ਰਹੀ ਆ। So entry will be computers account debited to revaluation account with difference amount। जिन्नी amount ਨਾਲ increase हो रहा उन्नी amount ही लिखांगे बेटा, that is 5,000, right? next देखो बेटा, very good, next ਨੂੰ ਵੀ ਤੁਸੀਂ star mark ਕਰ ਲਓ। So machinery is taken by Leena for 80,000। ਸਭ ਤੋਂ ਪਹਿਲਾਂ ਤਾਂ ਕਹਿ ਰਿਹਾ ਕਿ machinery partner ਨੇ acquire ਕਰ ਲਈ ਆ for rupees 80,000। So ਜਦੋਂ ਵੀ ਕੋਈ asset ਕੋਈ partner acquire ਕਰ ਲੈਂਦਾ ਤਾਂ ਅਸੀਂ entry partner's capital, that is Leena's capital to machinery, right? With amount 80,000 जिस वैल्यू ਤੇ ਲੀਨਾ ਨੇ ਮਸ਼ੀਨਰੀ ਐਕਵਾਇਰ ਕੀਤੀ ਹੈ। ਦਿਸ ਇਜ਼ ਪਾਰਟ A। ਨੈਕਸਟ ਚ ਉਹਨਾਂ ਨੇ ਕੀ ਲਿਖਿਆ ਕਿ ਮਸ਼ੀਨਰੀ ਦੀ ਬੁੱਕ ਵੈਲਿਊ ਆ 60,000। ਕਿ ਦੋਨਾਂ ਚ ਟ੍ਰੀਟਮੈਂਟ ਜਾਊਗਾ, ਕੈਪੀਟਲ ਅਕਾਊਂਟ ਚ ਵੀ ਜਾਊਗਾ ਕਿ ਲੀਨਾ ਦੇ ਕੈਪੀਟਲ ਅਕਾਊਂਟ ਚ ਮਸ਼ੀਨਰੀ ਟ੍ਰਾਂਸਫਰ ਕਰਾਂਗੇ। ਐਂਡ ਇਨ ਕੇਸ ਬੇਟਾ ਬੁੱਕ ਵੈਲਿਊ 60,000 ਗਿਵਨ ਆ ਐਂਡ ਲੀਨਾ ਨੇ ਮਸ਼ੀਨਰੀ 60,000 ਤੇ ਹੀ ਐਕਵਾਇਰ ਕੀਤੀ ਹੁੰਦੀ, ਫਿਰ ਸਿਰਫ ਆਪਾਂ ਇੱਕੋ ਹੀ ਐਂਟਰੀ ਪਾਸ ਕਰਦੇ। ਬਟ ਹੁਣ ਅਗਰ ਅਸੀਂ ਕੰਪੇਅਰ ਕਰ ਰਹੇ ਹਾਂ ਮਸ਼ੀਨਰੀ ਦੀ ਵੈਲਿਊ ਤਾਂ ਅਸੀਂ ਦੇਖ ਰਹੇ ਹਾਂ ਕਿ ਲੀਨਾ ਨੇ 20,000 ਐਕਸਟਰਾ ਤੇ ਮਸ਼ੀਨਰੀ ਐਕਵਾਇਰ ਕੀਤੀ ਆ। ਇਟ ਮੀਨਸ ਮਸ਼ੀਨਰੀ ਦੀ ਵੈਲਿਊ ਇਨਕਰੀਜ਼ ਕਰ ਰਹੀ ਆ, ਤਾਂ ਆਪਾਂ ਸੈਕਿੰਡ ਐਂਟਰੀ ਵੀ ਪਾਸ ਕਰਾਂਗੇ, that is machinery to revaluation with amount 20,000 ਜਿੰਨੇ ਨਾਲ ਐਕਚੁਅਲ ਚ ਮਸ਼ੀਨਰੀ ਇਨਕਰੀਜ਼ ਹੋਈ ਆ। ਸਮਝੇ? ਸੋ ਇਸ ਕੇਸ ਚ ਬੇਟਾ ਤੁਸੀਂ ਦੋ ਐਂਟਰੀਜ਼ ਹੀ ਰਿਕਾਰਡ ਕਰੋਗੇ, ਇੱਕ ਐਸੈਟ ਐਕਵਾਇਰ दूसरी बिकॉज एसेट दी वैल्यू इंक्रीज की एंड अगर बुक वैल्यू तो ये एक्वायर हो जाता फिर सिर्फ आही एंट्री पास कर दे, ठीक है। सो लेट अस मूव टू 8th पार्ट। 1/3 of machinery is taken by Rohit for 30,000 and balance is revalued at 57,600 and machinery दी बेटे book value कितनी है 72,000। सो देखो बेटे मशीनरी की बुक वैल्यू आ 72,000। सो गल कर रहे हैं कि 1/3 रोहित ने एक्वायर की आ। सो कैन यू टेल मी 1/3 कितना हो गया 72,000 का 24,000
एंड रिमेनिंग 2/3 कितना बच गया बेटा 48। ठीक है बेटा। सो सब तो पहला ਅਸੀਂ ਬਾਈਫਰਕੇਟ ਕਰ ਲਿਆ ਕਿ ਮਸ਼ੀਨਰੀ ਜੋ 1/3 ਰੋਹਿਤ ਨੇ ਐਕਵਾਇਰ ਕੀਤੀ ਆ ਉਹਦੀ ਬੁੱਕ ਵੈਲਿਊ ਕਿੰਨੀ ਬਣਦੀ ਆ ਐਂਡ ਰਿਮੇਨਿੰਗ ਮਸ਼ੀਨਰੀ ਦੀ ਬੁੱਕ ਵੈਲਿਊ ਕਿੰਨੀ ਆ। ਸੋ ਬੁੱਕ ਵੈਲਿਊਜ਼ ਅਸੀਂ ਅਸਰਟੇਨ ਕੀਤੀਆਂ। ਫਿਰ ਉਹਨਾਂ ਨੇ ਲਿਖਿਆ ਹੋਇਆ ਕਿ ਕਿਸ ਵੈਲਿਊ ਤੇ ਰੋਹਿਤ ਨੇ ਮਸ਼ੀਨਰੀ ਐਕਵਾਇਰ ਕੀਤੀ ਆ। ਰੋਹਿਤ ਨੇ ਐਕਵਾਇਰ ਕੀਤੀ ਆ 30,000 ਤੇ ਐਂਡ ਜੋ ਬੈਲੈਂਸ ਆ ਉਹਦੀ ਵੈਲਿਊਏਸ਼ਨ ਕਿਵੇਂ ਹੋਈ ਆ 57,600 ਰਾਈਟ। ਸੋ ਐਂਟਰੀਜ਼ ਤਾਂ ਤੁਹਾਨੂੰ ਪਤਾ ਹੀ ਆ ਰੋਹਿਤ ਵਾਲੀ ਐਂਟਰੀ ਤਾਂ ਡਾਇਰੈਕਟ ਆਪਾਂ ਰਿਕਾਰਡ ਕਰ ਦਾਂਗੇ। ਪਹਿਲਾਂ ਆਪਾਂ ਚੈੱਕ ਕਰ ਲੈਂਦੇ ਆ ਕਿ ਮਸ਼ੀਨਰੀ ਐਕਚੁਅਲ ਚ ਕਿੰਨੇ ਨਾਲ ਇਨਕਰੀਜ਼ ਹੋ ਗਈ ਆ ਰਾਈਟ। ਸੋ ਇੱਥੇ ਤੁਸੀਂ ਦੇਖ ਰਹੇ ਹੋ 9600 ਦੇ ਨਾਲ ਇਨਕਰੀਜ਼ ਹੋਈ ਆ ਐਂਡ ਇਸ ਕੇਸ ਦੇ ਵਿੱਚ 6000 ਦੇ ਨਾਲ। ਸੋ ਇਨ ਟੋਟਲ ਅਗਰ ਦੇਖਿਆ ਜਾਵੇ ਮਸ਼ੀਨਰੀ ਕਿੰਨੇ ਨਾਲ ਇਨਕਰੀਜ਼ ਹੋ ਗਈ ਆ ਬੇਟਾ 6000 here 9600 here so 15600। ਸੋ ਬੇਟੇ ਪਹਿਲੀ ਐਂਟਰੀ ਕੀ ਰਿਕਾਰਡ ਕਰ ਦੋਗੇ ਇਸ ਕੇਸ क्योंकि मशीनरी इंक्रीज होगी ना। सो यू विल बी रिकॉर्डिंग मशीनरी टू रीवैल्यूएशन वेरी गुड विद टोटल अमाउंट कि टोटल इंक्रीज कितना होया 15,600। ठीक है एंड बेटे सेकेंड एंट्री जो रोहित ने एक्वायर की है मशीनरी दैट इज रोहित कैपिटल टू मशीनरी एंड अमाउंट कितनी लिखांगे बेटा जिन्नी अमाउंट ते उन्हें मशीनरी एक्वायर की दैट इज 30,000। ठीक है। सो लेट अस मूव टू 9th पार्ट। आउट ऑफ द अमाउंट ऑफ इंश्योरेंस प्रीमियम which was debited to P&L account 5,000 to be carried forward to next year as prepaid expense। कोई बच्चा prepaid expense दी nature दसूगा कि prepaid expense asset हुंदा या liability हुंदी आ। very good so prepaid expense is an asset। so बेटे एंट्री की हो जाऊगी ਹੁਣ ਉਹਨਾਂ ਨੇ ਕਿਹਾ as an asset ਉਹਨੂੰ carry forward ਕਰਨਾ ਸੋ ਤੁਹਾਡਾ ਇੱਕ asset create ਹੋ ਰਿਹਾ ਵਾ। so entry will be very good so we will write prepaid insurance premium सिर्फ insurance नहीं लिखांगे ठीक है। prepaid insurance premium to revaluation with amount 5,000। ठीक है। रीजन बीइंग बेटा बिकॉज इंश्योरेंस का नॉर्मल साडे लिए एक्सपेंस हो गया। अगर इंश्योरेंस प्रीपेड आ तां ही वो एसेट बनया। ਆਪਾਂ ਚਾਰ ਚੀਜ਼ਾਂ ਕੀਤੀਆਂ ਸੀ ਨਾ ਬੇਟੇ ਆ ਚਾਰ ਚੀਜ਼ਾਂ ਮੈਂ ਦੁਬਾਰਾ ਲਿਖ ਰਹੀ ਹਾਂ ਇਹਨਾਂ ਦੀ ਨੇਚਰ ਯਾਦ ਰੱਖਿਆ ਕਰੋ। ਇੱਕ ਹੁੰਦਾ ਵਾ ਪ੍ਰੀਪੇਡ ਐਕਸਪੈਂਸ ਇੱਕ ਹੁੰਦਾ ਵਾ ਐਕਸਪੈਂਸ ਸੇਮ ਵੇ ਇੱਕ ਹੁੰਦੀ ਆ ਅਕਰੀਊਡ ਇਨਕਮ मीनस इनकम ਅਸੀਂ अर्न ਤਾਂ ਕਰ ਲਈ ਆ ਬਟ ਹਲੇ ਡਿਊ ਆ ਰਿਸੀਵ ਨਹੀਂ ਹੋਈ ਐਂਡ ਇੱਕ ਹੁੰਦੀ ਆ ਅਨਅਰਨਡ ਇਨਕਮ। अनअर्नड इनकम केड़ी हुंदी आ इनकम रिसीव्ड इन एडवांस। समझ रहे हो गल बेटा। सो तुसी ये चार चीज़ां तां बेटे याद रखणियां ने। सो प्रीपेड एक्सपेंस दी नेचर एसेट हुंदी आ आउटस्टैंडिंग एक्सपेंस लायबिलिटी सेम वे अक्रूड इनकम एसेट आ एंड इनकम रिसीव्ड इन एडवांस लायबिलिटी आ। सो नेक्स्ट बेटे एक्सपेंसेस ऑन रीवैल्यूएशन 5,000 पेड बाय लीना। पार्टनर ने पेमेंट करती है रीवैल्यूएशन एक्सपेंसेस दी एंड जो ये ना लिखा हो कि पार्टनर ने बोर्न करना सी तो आप हमेशा अज्यूम करते हैं कि फर्म ने बीयर करने सी एक्सपेंसेस। सो एंट्री की हो जाएगी बेटा वेरी गुड रीवैल्यूएशन टू लीना राइट विद अमाउंट 5,000। ठीक। देन 11th देखो a debtor whose due of 14,000 were written off as bad debts last year paid 10,000 in settlement right। so last year ਉਹਦਾ ਜੋ debt ਆ ਉਹ bad ਹੋ ਗਿਆ ਸੀਗਾ last year ਆਪਾਂ declare ਕਰ ਚੁੱਕੇ ਹਾਂ bad debt ਹੁਣ ਅਸੀਂ 10,000 receive ਕਰ ਲਿਆ। ਬੇਟੇ ਧਿਆਨ ਨਾਲ ਦੇਖਿਓ cash to bad debts recovered account अगर bad debts recover हो जान with the amount 10,000 जिन्नी amount recover हुई आ एंड बेटे जो आ बैड डेट रिकवर ਹੁੰਦੇ ਆ ਨੇ ਸਾਡੇ ਲਈ ਇੱਕ ਤਰੀਕੇ ਦਾ ਗੇਨ ਹੋ ਜਾਂਦਾ ਤਾਂ ਇਹਨੂੰ ਨਾ ਅਸੀਂ ਰੀਵੈਲੂਏਸ਼ਨ ਅਕਾਊਂਟ ਚ ਟ੍ਰਾਂਸਫਰ ਕਰਨਾ ਹੁੰਦਾ ਵਾ ਬੈਡ ਡੇਟਸ ਰਿਕਵਰਡ ਟੂ ਰੀਵੈਲੂਏਸ਼ਨ।
एक्चुअल कॉन्सैप्ट ये आ जो मैं ਤੁਹਾਨੂੰ ਦੋ एंट्रीज ਲਿਖਵਾਈਆਂ ठीक है ਤੁਸੀਂ ਸੋ ਬੇਟੇ ਆ ਵਾਲਾ ਇੱਕ ਕੁਐਸਚਨ ਸੀਗਾ ਕਿ ਮਸ਼ੀਨਰੀ ਦੀ ਵੈਲਿਊ ਆ 2 ਲੱਖ ਦੈਨ ਉਹਨਾਂ ਨੇ ਕਿਹਾ ਕਿ ਆ ਵੈਲਿਊ ਜਿਹੜੀ ਆ ਇਹ ਐਕਸੈਸ ਆ ਮਤਲਬ ਐਕਸੈਸ ਚ ਰਿਕਾਰਡ ਹੋਈ ਆ that is 33 1/3%। ਬੇਟੇ ਜਦੋਂ ਵੀ 33.33% ਲਿਖਿਆ ਹੋਵੇ ਨਾ ਤੁਸੀਂ ਹਮੇਸ਼ਾ 1/3 ਫ੍ਰੈਕਸ਼ਨ ਲੈਣਾ। ਸੋ ਹੁਣ ਤੁਸੀਂ ਇਹ ਦੇਖਣਾ ਕਿ ਐਕਚੁਅਲ ਚ ਮਸ਼ੀਨਰੀ ਕਿੰਨੀ ਅਮਾਉਂਟ ਦੇ ਨਾਲ ਓਵਰ ਵੈਲਿਊਡ ਆ। ਕੈਨ ਯੂ ਕੈਲਕੂਲੇਟ ਦ ਅਮਾਉਂਟ ਟੂ ਬੀ ਸ਼ੋਨ ਇਨ ਦ ਨਿਊ ਬੈਲੈਂਸ ਸ਼ੀਟ। मतलब आंसर तो ऑलरेडी ਤੁਹਾਨੂੰ दिख रहा पर ਤੁਹਾਨੂੰ पता चल रहा किवें कैलकुलेट करांगे। सो देखो बेटा ਆਪਾਂ लेट कर लांगे जो वैल्यू ਅਸੀਂ एक्चुअल ਚ शो करनी है वैल्यू टू बी शोन इन द न्यू बैलेंस शीट दैट इज x ठीक है ओके बेटा दैट्स ग्रेट। सो उन्होंने की लिखा होया कि जो वैल्यू एक्चुअल ਚ ਸੀਗੀ ਉਹਦੇ ਚ 1/3 ਐਡ ਕਰਕੇ ओवर वैल्यू ਕੀਤਾ ਹੋਇਆ ਮਸ਼ੀਨਰੀ ਨੂੰ एंड 2 ਲੱਖ ਲਿਖਿਆ ਹੋਇਆ एंड इत्थों दी बेटे तुसी x की वैल्यू कैलकुलेट कर लोगे ठीक है एवें ही आ जाऊगा 4x/3 2 लाख so that will be 1,50,000 ठीक है। सो ये काफी इजी जा क्वेश्चन सीगा हो सकता MCQs च इदा का क्वेश्चन पूछ लैन या फिर अगर लॉन्ग क्वेश्चन आ नीचे आ पॉइंट हो सकता कि इन्ने दे नाल ओवर वैल्यूड आ सो एंड सो तो तुसी उवें देख सकते हो ठीक। ਉਹ ਤੋਂ ਬਾਅਦ ਚੋ ਬਾਈ ਐਂਡ 2 ਵਾਲਾ ਪੁਆਇੰਟ ਆਪਾਂ ਆਲਰੇਡੀ ਡਿਸਕਸ ਕਰ ਲਿਆ ਜਰਨਲ ਐਂਟਰੀਜ਼ ਦਾ ਸੋਲੂਸ਼ਨ ਵੀ ਗਿਵਨ ਆ ਕਰਕੇ ਦੇਖ ਲਿਓ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਦੱਸ ਦਿਓ। ਉਹ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਆਹ ਵਾਲਾ ਪੁਆਇੰਟ ਹਮੇਸ਼ਾ ਯਾਦ ਰੱਖਣਾ ਹੁੰਦਾ all daters are good all daters are good ਦਾ ਮਤਲਬ ਹੁੰਦਾ ਜੋ ਵੀ PDD ਆ it is no longer required ਤਾਂ ਅਸੀਂ PDD ਨੂੰ ਰਾਈਟ ਬੈਕ ਕਰਨਾ ਹੁੰਦਾ मतलब liability decrease हो रही है तो this time we will record on credit of revaluation ਤੇ PDD debit ਕਰਾਂਗੇ so entry will be PDD to revaluation ठीक है। ਉਹ ਤੋਂ ਬਾਅਦ ਇਹਦੇ ਚ ਵੀ ਉਹ ਬਾਈ 2 ਵਾਲੀ ਗੱਲ ਕੀਤੀ ਹੋਈ ਹੈ ਇਹ ਵੀ ਤੁਸੀਂ ਕਰ ਲਓ। ਇਨਵੈਸਟਮੈਂਟ ਦੀ ਬੁੱਕ ਵੈਲਿਊ ਸੀਗੀ 80,000 then half investment x and y ने टेक ओवर कर ली in their profit sharing ratio and book value ही लिखा होया तो half वाला जो भी इफेक्ट आ कोई भी रिवैल्यूएशन च नहीं जाऊगा and remaining half दी वैल्यू कितनी होगी 50,000 मतलब remaining half जो 10,000 नाल इंक्रीज होगी तो रिवैल्यूएशन च भी जाऊगी ठीक है। ਉਹ ਤੋਂ ਬਾਅਦ ਬੇਟਾ ਆਹ ਵਾਲਾ ਕੁਐਸਚਨ ਬੜਾ ਇੰਪੋਰਟੈਂਟ ਸੀ ਇਹਦੇ ਚ ਬਸ ਦੋ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ ਦੇਖੋ ਬੇਟੇ ਜਦੋਂ ਵੀ ਤੁਹਾਨੂੰ ਡੇਟਰਸ ਦੀ ਵੈਲਿਊ ਗਿਵਨ ਹੋਊਗੀ ਐਂਡ ਪ੍ਰੋਵੀਜ਼ਨ ਵੀ ਗਿਵਨ ਹੋਊਗੀ ਆਹ ਵਾਲੀ ਪ੍ਰੋਵੀਜ਼ਨ ਪੁਰਾਣੀ ਹੁੰਦੀ ਆ ਐਂਡ ਨੀਚੇ ਜੋ ਪਰਸੈਂਟੇਜ ਲਿਖੀ ਹੁੰਦੀ ਆ ਉਹ ਨਵੀਂ ਪ੍ਰੋਵੀਜ਼ਨ ਹੁੰਦੀ ਆ। ਬੱਚੇ ਨਾਰਮਲੀ ਪਤਾ ਕੀ ਗਲਤੀ ਕਰਦੇ ਆ ਉਹ ਡੇਟਰਸ ਦਾ ਹੀ 5% ਕਰਨ ਲੱਗ ਜਾਂਦੇ ਆ ਨਵੀਂ ਪ੍ਰੋਵੀਜ਼ਨ ਕੈਲਕੂਲੇਟ ਕਰਨ ਲਈ। ਜਦੋਂ ਵੀ ਤੁਸੀਂ ਨਿਊ ਪ੍ਰੋਵੀਜ਼ਨ ਕੈਲਕੂਲੇਟ ਕਰਨੀ ਆ ਤੁਸੀਂ ਹਮੇਸ਼ਾ ਬੇਟਾ ਜ਼ਿੰਦਾ ਡੇਟਰਸ ਤੇ ਕੈਲਕੂਲੇਟ ਕਰਨੀ ਆ 76,000 ਦੇ ਡੇਟਰ ਸੀ 6,000 ਦੇ ਡੇਟਰਸ ਆਲਰੇਡੀ ਮਰ ਗਏ ਐਡ ਹੋ ਗਏ तो ਹੁਣ ਸਾਡੇ ਕੋਲੇ ਡੇਟਰਸ ਕਿੰਨੇ ਦੇ ਬਚੇ 70,000 ਦੇ ਤਾਂ ਇਹਦਾ 5% ਕਰਕੇ ਤੁਸੀਂ ਨਿਊ ਪ੍ਰੋਵੀਜ਼ਨ ਕੈਲਕੂਲੇਟ ਕਰੋਗੇ that will be 3,500 ਐਂਡ ਜਿਹੜੀ 올ਡ ਪ੍ਰੋਵੀਜ਼ਨ ਆ ਕਿੰਨੇ ਦੀ ਪਈ ਸੀਗੀ ਸਾਡੇ ਕੋਲੇ 8,000 ਦੀ ਉਹਦੇ ਚੋਂ ਤੁਸੀਂ ਬੈਡ ਡੇਟਸ ਆਲਰੇਡੀ ਸੈਟਲ ਕਰਾ ਲੈਣੇ ਆ ਤਾਂ ਰਿਮੇਨਿੰਗ ਬੈਲੈਂਸ ਬਚਿਆ 2,000 ਫਿਰ ਤੁਸੀਂ ਇਹਨੂੰ ਕੰਪੇਅਰ ਕਰਨਾ ओल्ड प्रोविजन का बैलेंस आ 2000 नवी प्रोविजन का बैलेंस आ 3500 सो मतलब प्रोविजन 1500 नाल इंक्रीज हो रही है सो आ रिवैल्यूएशन डेबिट साइड चली जाऊगी टू PDD ठीक है। सो सेम एज क्वेश्चन नंबर 50th सीगा 49th जर्नल एंट्रीज वाला आसान क्वेश्चन सी फिर मैं तुहानू कहा सीगा PSR दे विच जो पर रिजर्व्स प्रॉफिट्स लॉसेस वाला ट्रीटमेंट किया सेम आ डिट्टो सो इहदे विच कुछ भी ट्विस्ट नहीं सीगा इहदे चों ना तुसीं मतलब देख लो एक तो आ वाले क्वेश्चन दे विच बड़े सोहने कॉम्प्रीहेंसिव केसेस सीगे तो तुसीं इहनूं प्रैक्टिस कर सकते हो ते आ वाला क्वेश्चन आ ना जिहड़ा 54th इहदे च बेटे जनरल रिजर्व कंटिजेंसी P&L IFR WCR आ सारे तो डिस्ट्रीब्यूट होणगे एंड तुसीं बेटा WCR लिए ख्याल रखोगे नीचे कॉम्पनसेशन भी आ तो उवें ट्रीटमेंट करोगे एंड बेटे IFR लिए भी तुसीं की करना वा इस साइड इन्वेस्टमेंट की मार्केट वैल्यू दी हुई है तो 6,000 दे नाल डिक्रीज हो रही है तो वह भी उवें ट्रीटमेंट कर दोगे। बाकी जनरल रिजर्व कंटिजेंसी P&L नॉर्मल डिस्ट्रीब्यूट कर दोगे एंड इधरों दी एडवरटीजमेंट एक्सपेंडिचर भी ठीक है।
ਐਂਡ ਉਹ ਤੋਂ ਬਾਅਦ ਜੋ ਮੇਨ ਪੁਆਇੰਟ ਸੀਗਾ ਕਿ EMPLOYEES ਪ੍ਰੋਵੀਡੈਂਟ ਫੰਡ ਵੀ ਬੱਚੇ ਡਿਸਟਰੀਬਿਊਟ ਕਰੇ ਆਉਂਦੇ ਹੁੰਦੇ ਆ, ਇਹਨੂੰ ਡਿਸਟਰੀਬਿਊਟ ਨਹੀਂ ਕਰਨਾ। ਠੀਕ ਹੈ, ਉਹ ਤੋਂ ਬਾਅਦ ਇੱਕ ਆ ਕੁਐਸਚਨ ਜਿਹਦੇ 'ਚ ਤੁਸੀਂ ਐਡਜਸਟਮੈਂਟ ਐਂਟਰੀ ਪਾਸ ਕਰਨੀ ਸੀ। ਸੋ ਐਡਜਸਟਮੈਂਟ ਐਂਟਰੀ ਲਈ ਜਨਰਲ ਰਿਜ਼ਰਵ, ਕੰਟੀਨਜੈਂਸੀ, P&L ਦਾ ਕ੍ਰੈਡਿਟ ਬੈਲੈਂਸ ਪਲੱਸ ਕਰੋਗੇ, ਐਡਵਰਟੀਜ਼ਮੈਂਟ ਸਸਪੈਂਸ ਦਾ ਡੈਬਿਟ ਬੈਲੈਂਸ ਮਾਈਨਸ ਕਰੋਗੇ। ਚਲੋ ਆ ਤਾਂ ਉਹਦਾ ਹੀ ਸੀਗਾ PSR ਦਾ ਨਾ, ਕਿ ਐਂਟਰੀ ਪਾਸ ਕਰਨੀ ਹੁੰਦੀ ਆ ਗੇਨਿੰਗ ਟੂ ਸੈਕਰੀਫਾਈਸਿੰਗ, ਐਂਡ ਤੁਸੀਂ ਫਾਈਂਡ ਵੀ ਕਰ ਲਓਗੇ ਗੇਨ ਔਰ ਸੈਕਰੀਫਾਈਸ। ਤਾਂ ਕਈ ਵਾਰੀ ਨਾ ਬੱਚੇ ਕੀ ਕਰ ਰਹੇ ਹੁੰਦੇ ਆ, ਸਿਰਫ ਓਲਡ ਪਾਰਟਨਰਸ ਹੀ ਦੇਖ ਰਹੇ ਹੁੰਦੇ ਆ। ਯਾਦ ਰੱਖਿਓ ਬੇਟਾ, ਜੋ ਨਿਊ ਪਾਰਟਨਰ ਆ ਉਹ ਹਮੇਸ਼ਾ ਗੇਨਿੰਗ ਪਾਰਟਨਰ ਹੁੰਦਾ। ਠੀਕ ਹੈ, ਤਾਂ ਜਦੋਂ ਤੁਸੀਂ ਆਪਣੀ ਐਂਟਰੀ ਪਾਸ ਕਰੋਗੇ ਤਾਂ ਤੁਸੀਂ ਆਪਣੇ ਨਿਊ ਪਾਰਟਨਰ ਨੂੰ ਵੀ ਡੈਬਿਟ ਕਰਨਾ ਵਿਦ ਹਿਜ਼ ਸ਼ੇਅਰ। ਠੀਕ ਹੈ, ਤਾਂ ਆਹ ਵਾਲੀ ਗੜਬੜ ਕਰ ਜਾਂਦੇ ਹੁੰਦੇ ਆ, ਨਾਰਮਲ ਤਾਂ ਇਹ ਕੁਐਸਚਨ ਕਰ ਹੀ ਲੈਂਦੇ ਆ। ਸੋ ਲੈਟ ਅਸ ਸੀ ਕੁਐਸਚਨ ਨੰਬਰ 64। A, B and C are partners. Old ratio given ਆ 3:2:1. D ਨੂੰ ਐਡਮਿਟ ਕਰਾਇਆ ਉਹਨਾਂ ਨੇ, ਐਂਡ ਦੈਨ ਗਿਵਨ ਆ ਕਿ D ਦੀ ਕੈਪੀਟਲ ਜੋ ਆ 50,000 ਹੋਣੀ ਚਾਹੀਦੀ ਆ, ਰਾਈਟ। ਐਂਡ ਦਿਸ ਇਜ਼ ਐਨ ਇੰਪੋਰਟੈਂਟ ਪੁਆਇੰਟ that out of the creditors 10,000 is due to D, it will be adjusted against capital. So ਬੇਟਾ 50,000 ਦਾ ਕੈਪੀਟਲ ਲੈ ਕੇ ਆਉਣੀ ਸੀ D ਨੇ, ਬਟ 10,000 ਜੋ ਆ ਉਹ ਕ੍ਰੈਡੀਟਰਸ ਦੇ ਵਿੱਚ ਨਾ ਮਿਸਟਰ D ਵੀ ਜੁੜਿਆ ਹੋਇਆ ਵਾ, ਹੈ ਨਾ, ਕਿ ਮਿਸਟਰ D ਨੂੰ ਵੀ ਅਸੀਂ ਉਹ ਕਰ ਰਹੇ ਹਾਂ 10,000। ਸੋ ਹੁਣ ਅਸੀਂ D ਨੂੰ ਕੀ ਕਿਹਾ ਕਿ ਅਸੀਂ ਤੁਹਾਡੇ ਇੱਕ ਤਾਂ ਕ੍ਰੈਡੀਟਰਸ ਐਡਜਸਟ ਕਰਾ ਦਾਂਗੇ 10,000 ਦੇ, ਰਾਈਟ, ਐਂਡ ਰਿਮੇਨਿੰਗ ਅਮਾਊਂਟ ਤੁਸੀਂ ਕੈਸ਼ 'ਚ ਲੈ ਆਇਓ। ਤਾਂ D ਦੀ ਜੋ ਕੈਪੀਟਲ ਬਣ ਰਹੀ ਆ ਬੇਟਾ ਉਹ ਤਾਂ ਬਣ ਰਹੀ ਆ 50,000, ਬਟ ਅਸੀਂ 10,000 ਦੇ ਜਦੋਂ ਕ੍ਰੈਡੀਟਰਸ ਐਡਜਸਟ ਕਰਾਤੇ ਤਾਂ D is supposed to bring only 40,000 as his amount of capital। ठीक है, so 40,000 कैश ਚ ਲੈ ਕੇ ਆਊਗਾ, 10,000 against creditors adjust ਹੋ ਗਏ। So this was an important point of this question। then ਇੱਕ given ਆ that advertisement expense 1200 ਦਾ ਜਿਹਨੂੰ prepaid expense treat ਕਰਨਾ, so it means asset create ਹੋ ਗਿਆ। ਸੋ ਇਹਦੇ ਲਈ ਅਸੀਂ ਕੀ ਕਰਾਂਗੇ, ਰੀਵੈਲੂਏਸ਼ਨ ਅਕਾਊਂਟ ਨੂੰ ਕ੍ਰੈਡਿਟ ਕਰ ਦਾਂਗੇ। then given ਆ ਬੇਟਾ ਕਿ expenses debited in P&L account includes 2,000 paid for B's personal expenses। ਸੋ ਬੇਟਾ 2,000 ਦੇ expenses ਦੇ ਵਿੱਚ ਕੋਈ ਨਾ B ਦੇ personal expenses ਜੁੜੇ ਹੋਏ ਆ, that are supposed to be paid by Mr. B, but firm ਨੇ pay ਕਰਤੇ, ਤਾਂ ਹੀ P&L account ਚ ਆਏ। ਸੋ ਇਹਦੇ ਲਈ ਵੀ ਅਸੀਂ ਕੀ ਕਰਾਂਗੇ ਬੇਟਾ, ਰੀਵੈਲੂਏਸ਼ਨ ਅਕਾਊਂਟ ਨੂੰ ਕ੍ਰੈਡਿਟ ਕਰ ਦਾਂਗੇ by writing by B's capital, because B is supposed to make the payment for that expenses ਨਾ। ਸੋ entry ਕੀ ਬਣ ਜੂਗੀ, B's capital to revaluation, ਤੇ B ਦੀ capital ਘਟਾਉਣੀ ਪਊਗੀ ਨਾ, right। ਉਹ ਤੋਂ ਬਾਅਦ ਚ ਦੇਖੋ ਬੇਟਾ next ਇਹਦੇ ਸਾਰੇ ਹੀ points important ਸੀਗੇ, ਠੀਕ ਹੈ। next D point ਚੋਂ ਕੀ ਕਹਿ ਰਹੇ ਆ, a bill of exchange 4,000 which was previously discounted with the bank was dishonored on 31st March, but the entry was not passed for dishonor। ਸੋ ਬੇਟੇ ਉਹਨਾਂ ਨੇ ਕਿਹਾ ਕਿ 4,000 ਦਾ ਇੱਕ ਬਿੱਲ ਸੀਗਾ ਜੋ ਕਿ ਡਿਸਓਨਰ ਹੋ ਗਿਆ, ਬਟ ਐਂਟਰੀ ਨਹੀਂ ਪਾਸ ਕੀਤੀ ਗਈ ਡਿਸਓਨਰ ਦੀ। ਸੋ ਜਦੋਂ ਹੀ ਕੋਈ ਬਿੱਲ ਡਿਸਓਨਰ ਹੁੰਦਾ ਨਾ ਬੇਟਾ, ਹਮੇਸ਼ਾ ਯਾਦ ਰੱਖੋ ਉਸ ਕੇਸ 'ਚ ਸਾਡੇ ਡੇਟਰ ਇਨਕਰੀਜ਼ ਹੋ ਜਾਂਦੇ ਹੁੰਦੇ ਆ। ਬਿੱਲ ਡਿਸਓਨਰ ਹੋ ਗਿਆ ਨਾ, ਮਤਲਬ ਜਿਸ ਪਰਸਨ ਤੋਂ ਅਸੀਂ ਪੈਸੇ ਮੰਗ ਰਹੇ ਸੀ 4,000, ਉਹ ਪਰਸਨ ਹੁਣ ਸਾਨੂੰ ਪੈਸੇ ਨਹੀਂ ਪੇ ਕਰ ਪਾ ਰਿਹਾ ਕਿਉਂਕਿ ਉਹਦਾ ਬਿੱਲ ਤਾਂ ਡਿਸਓਨਰ ਹੋ ਗਿਆ। ਸੋ ਅਸੀਂ ਉਸ ਡੇਟਰ ਨੂੰ ਡੈਬਿਟ ਕਰਨਾ ਹੁੰਦਾ ਵਾ, ਐਂਡ ਕਿਉਂਕਿ ਉਹ ਬਿੱਲ ਅਸੀਂ ਬੈਂਕ ਤੋਂ ਡਿਸਕਾਊਂਟ ਕਰਵਾ ਲਿਆ ਸੀਗਾ, ਤਾਂ ਹੁਣ ਬੈਂਕ ਸਾਡੇ ਲਈ ਇੱਕ ਲਾਇਬਿਲਿਟੀ ਬਣ ਜਾਂਦੀ ਆ। ਜੋ ਬੈਂਕ ਨੂੰ ਅਸੀਂ ਪ੍ਰੀਵੀਅਸਲੀ ਇਨਕਰੀਜ਼ ਕਰਾਤਾ ਸੀ, ਹੁਣ ਉਹ ਬੈਂਕ ਨੂੰ ਡਿਕਰੀਜ਼ ਕਰਾਉਣਾ ਪਊਗਾ ਵਿਦ ਅਮਾਊਂਟ 4,000। ਸੋ ਬੇਟਾ ਇਹਦਾ ਇਫੈਕਟ ਰੀਵੈਲੂਏਸ਼ਨ 'ਚ ਨਹੀਂ ਲਿਖਾਂਗੇ, ਬਟ ਇਹਨੂੰ ਅਸੀਂ ਬੈਲੈਂਸ ਸ਼ੀਟ 'ਚ ਰਿਕਾਰਡ ਕਰਾਂਗੇ, ਡੇਟਰਸ ਇਨਕਰੀਜ਼ ਕਰਾ ਦਾਂਗੇ ਐਂਡ ਬੈਂਕ ਡਿਕਰੀਜ਼ ਕਰਾ ਦਾਂਗੇ। ਨੈਕਸਟ ਦੇਖੋ ਬੇਟਾ, next is provision for doubtful debts at the rate 5% is to be created against debtors। ਸੋ ਡੇਟਰਸ ਤੇ ਆਪਾਂ ਕੀ ਕਰਨਾ ਵਾ, 5% ਬੇਟਾ ਪ੍ਰੋਵੀਜ਼ਨ ਕ੍ਰੀਏਟ ਕਰਨੀ ਆ। ਸੋ ਇੱਥੇ ਬੱਚੇ ਕੀ ਗੜਬੜ ਕਰਦੇ ਆ, ਉਹ ਦੇਖਦੇ ਆ ਕਿ ਡੇਟਰਸ ਦੀ ਅਮਾਊਂਟ ਤਾਂ 30,000 ਆ, ਤਾਂ 30,000 ਦੀ ਪ੍ਰੋਵੀਜ਼ਨ ਕ੍ਰੀਏਟ ਕਰ ਦਿੰਦੇ ਆ। ਮੈਂ ਤੁਹਾਨੂੰ ਕੀ ਕਿਹਾ ਵਾ ਕਿ ਤੁਸੀਂ ਹਮੇਸ਼ਾ ਜੋ ਡੇਟਰਸ ਤੇ ਨਿਊ ਪ੍ਰੋਵੀਜ਼ਨ ਕ੍ਰੀਏਟ ਕਰਨੀ ਆ ਨਾ, ਉਹ ਹਮੇਸ਼ਾ ਜ਼ਿੰਦਾ ਡੇਟਰਸ ਤੇ ਕ੍ਰੀਏਟ ਕਰਨੀ ਹੁੰਦੀ ਆ। ਹੁਣ ਡੇਟਰ ਸੀਗੇ 30,000 ਦੇ, ਬਟ 4,000 ਦੇ ਡੇਟਰਸ ਹੋਰ ਕ੍ਰੀਏਟ ਹੋ ਗਏ। ਸੋ ਦਿਸ ਟਾਈਮ ਯੂ ਵਿਲ ਬੀ ਕੈਲਕੂਲੇਟਿੰਗ PDD ਔਨ 34,000। ਪੁਆਇੰਟ ਯਾਦ ਰੱਖਣਾ
देन आ गया एक्सपेंसिस ऑन रीवैल्यूएशन 2100 पेड बाय ए। सो ए तो आप हुणी करके हटे हाँ। अगर पार्टनर पे कर दिंदा मतलब फर्म बीयर कर रही सी, पार्टनर ने पे करता, सो दिस विल बी रीवैल्यूएशन टू मिस्टर ए। समझे? एंड जो बेटे कैपिटल एडजस्टमेंट आ वाला पॉइंट जिहड़ा वा ना ये सब तो ज़्यादा इंपॉर्टेंट आ। सो बेटा कैपिटल एडजस्टमेंट दे साडे कोले दो केसेस हुंदे आ। एक केस च लिखिया हुंदा वा ओल्ड पार्टनर्स कैपिटल is to be adjusted in new PSR या लिखिया हुंदा वा new partner will bring proportionate capital। ठीक है, proportionate word जिहड़ा वो mention हुंदा वा question एंड इहदी एक होर पहचान की आ कैपिटल एडजस्टमेंट तो चलो एडजस्टेड वाली गल लिखी हुई आ एंड अगर तुहानूं पता चल गया कि क्वेश्चन कैपिटल एडजस्टमेंट दा वा बट वेदर वो केस 1 आ या केस 2 आ तो ਉਹਨੂੰ ਤੁਸੀਂ ਕਿਵੇਂ ਆਇਡੈਂਟੀਫਾਈ ਕਰ ਸਕਦੇ ਹੋ ਬੇਟਾ केस 1 ਦੇ ਵਿੱਚ न्यू पार्टनर ਦੀ कैपिटल गिवन होगी न्यू पार्टनर्स कैपिटल will be given एंड केस 2 ਦੇ ਵਿੱਚ न्यू पार्टनर ਦੀ कैपिटल गिवन नहीं होगी। ठीक है, डेफिनेटली क्योंकि वही तो ਅਸੀਂ कैलकुलेट करनी आ। नाउ द ट्विस्ट इज कि कैलकुलेशंस किवें कीतियां जांदियां ने। ठीक है बेटा, सो पहला ना मैं केस 1 एक्सप्लेन कर रही हाँ। सो एक्सप्लेन करने लिए ना मैं एक नॉर्मल जा तुहाडे लिए वो बना रही हाँ पार्टनर्स कैपिटल अकाउंट दे एक फॉर्मेट। सो बेटा लेट अस सपोज अपने कोले 3 पार्टनर्स ने ए बी सी। ठीक है, एंड केस 1 केड़ा केस हुंदा जदों न्यू पार्टनर दी ना कैपिटल ऑलरेडी गिवन हुंदी आ। तो सब तो पहला बेटे तुसी नॉर्मल अपना क्वेश्चन उवें ही करदे हो यू राइट दी बैलेंस ब्रॉट डाउन एंड बैलेंस ब्रॉट डाउन डेफिनेटली ओल्ड पार्टनर्स च लिखोगे एंड बाय बैंक या बाय कैश करके तुसी नवे पार्टनर दी कैपिटल लिखदे हो। ओ तो बाद PFG राइट तुहानूं PFG भी ट्रीट करना आउंदा वा। देन अगर कोई जनरल रिजर्व वगैरह वा थोनू वो भी पाउणा आउंदा वा है ना कि आपां डिस्ट्रीब्यूट कर दिन्ने आ एंड अगर कोई रीवैल्यूएशन प्रॉफिट आ तुसी वो भी कर दोगे अगर कोई पुरानी गुडविल आ तो वो भी कर लोगे मतलब कॉम्प्रीहेंसिव क्वेश्चन थोनू सॉल्व करना आउंदा वा सब कुछ। ठीक, नाउ द ट्विस्ट इज कि कैपिटल एडजस्टमेंट वाले क्वेश्चन जो कैपिटल एडजस्ट करनी आ ਉਹਦਾ मतलब की आ। नॉर्मल अगर तुसी क्वेश्चन करदे हो बेटा ਤਾਂ ਇੱਥੇ ਨਾ ਜੋ ਤੁਸੀਂ ਬੈਲੈਂਸ CD ਕੈਲਕੂਲੇਟ ਕਰਦੇ ਹੋ ਬੈਲੈਂਸ CD ਕਿਵੇਂ ਕੈਲਕੂਲੇਟ ਕਰਦੇ ਹੋ ਤੁਸੀਂ A ਦੀਆਂ ਸਾਰੀਆਂ ਅਮਾਉਂਟਸ ਐਡ ਕੀਤੀਆਂ ਐਂਡ ਦੈਨ ਇਹਨੂੰ ਮਾਈਨਸ ਕਰਤਾ क्रेडिट्स प्लस किते डेबिट माइनस किया यू गॉट द वैल्यू जिन्हों तुसी CD लिखते हो। बट बेटा अगर क्वेश्चन कैपिटल एडजस्टमेंट का ना तो तुसी इस तरीके नाल नहीं करना तो उस केस दे विच तुहाडा स्टेप 1 होगा तुसी एक वर्किंग नोट बना लोगे अपने क्वेश्चन के नीचे एंड तुसी ना टोटल कैपिटल फाइंड करोगे न्यू फर्म दी। तो टोटल कैपिटल नू कैलकुलेट करन दा बेटे साडे कोल एक तरीका वा दैट इज न्यू पार्टनर्स कैपिटल multiplied by reciprocal of his share। तुसी नवे पार्टनर दी कैपिटल लेनी है ते ओदे शेयर दे रेसिप्रोकल दे नाल मल्टीप्लाई कर देना। सपोज करो नवे पार्टनर दी कैपिटल आ 1 लाख एंड ओदा शेयर सीगा 1/5 तो रेसिप्रोकल किया तो 5/1 हो गया कितनी अमाउंट बन गई 5 लाख एंड इनू बेटा तुसी की करना न्यू PSR च डिस्ट्रीब्यूट करना। हुण मैं सपोज करवा रही हाँ कि रेशो आ 2:2:1 तो तुसी जदों डिस्ट्रीब्यूट किया तो कितना बन गया 2 लाख 2 लाख 1 लाख एंड बेटे सी दी दा कैपिटल उन्नी होगी इत्थे भी तुसी 1 लाख लिखिया होगा एंड 1 लाख ही ओदा बैलेंस CD आ गया तो इहदे च तो कोई भी ट्विस्ट नहीं आउंदा नवे पार्टनर च। ठीक है, हुण जदों तुसी इस तरीके नाल कीता बेटा आ तो तुसी खुद सर्टेन कीतियां ने वैल्यूज राइट तो हो सकता कुछ मिसमैच होवे कोई बैलेंसिंग फिगर आया करे। अगर बेटे बैलेंसिंग फिगर इस साइड आई आ तो तुसी की लिखोगे
या कैश अकाउंट लिखोगे या करंट अकाउंट लिखोगे। बेटा क्वेश्चन देख लोगे कि क्वेश्चन च की लिखिया होया, ठीक है। एंड अगर इधर बैलेंस आया तो भी तुसी या कैश लिखोगे या करंट लिखोगे। एंड क्वेश्चन तुहानू नॉर्मल सिनेरियो च तो लिख के दे दिंदा वा कि कैश लिखना या करंट लिखना। अगर क्वेश्चन च मैंशन नहीं किया होया तो तुसी हमेशा कैश के थ्रू एडजस्टमेंट करोगे। एंड ये बेटे तुसी बैलेंसिंग फिगर लिखनी हुंदी आ, समझ रहे हो गल। ਤੇ ਉਹ ਤੋਂ ਬਾਅਦ ਚ ਬੇਟਾ ਜਿਹੜਾ ਕੈਸ਼ ਅਸੀਂ ਇਸ ਸਾਈਡ ਲਿਖਿਆ ਉਹਨੂੰ ਅਸੀਂ ਕੈਸ਼ ਅਕਾਊਂਟ ਚੋਂ ਮਾਈਨਸ ਕਰਨਾ, ਜਿਹੜਾ ਇਸ ਸਾਈਡ ਲਿਖਿਆ ਉਹਨੂੰ ਅਸੀਂ ਪਲੱਸ ਕਰਨਾ ਹੁੰਦਾ। ਐਂਡ ਇਨ ਕੇਸ ਅਸੀਂ ਕਰੰਟ ਅਕਾਊਂਟਸ ਓਪਨ ਕੀਤੇ ਆ ਤਾਂ ਬੈਲੈਂਸ ਸ਼ੀਟ ਦੀ ਸੇਮ ਸਾਈਡ ਚਲੇ ਜਾਂਦੇ ਹੁੰਦੇ ਆ, ਠੀਕ ਹੈ। तो ये लाइबिलिटी साइड ही चला जाऊगा, ए इज करंट अकाउंट, ए एसेट साइड ही चला जाऊगा, बी इज करंट अकाउंट। ठीक समझे गल। एक बारी केस 2 भी सुन लो बेटा, फिर क्वेश्चन करते हैं बेटर क्लैरिटी लिए। देखो केस 2 की पहचान की है बेटा, नवे पार्टनर की ना कैपिटल गिवन नहीं होगी तो उही असी कैलकुलेट करनी होंदी आ, ठीक है। तो हुण उहनूं कैलकुलेट करन दा साडे कोले प्रॉपर एक तरीका वा। सब तो पहला स्टेप सारे बच्चों को पता कि बैलेंस BD लिखना होंदा। उस तो बाद बेटा नवे पार्टनर की तो कैपिटल पता ही नहीं कितनी आ, तो तुसी बाय बैंक लिख के इत्थे अमाउंट हले छड्ड लोगे क्योंकि ये असी फाइंड करांगे, समझे। उस तो बाद रेस्ट सेम, अगर PFG आ तो PFG भी उवें ही लिखना। अगर तुहाडे कोले कोई जनरल रिजर्व आ WCR आ, सब का ट्रीटमेंट भी उवें करना। रीवैल्यूएशन प्रॉफिट आ तो वो सारिया चीज़ां उवें ही लिखोगे जिवें नॉर्मल सिनेरियो च तुसी करदे हो, ठीक है। एंड अगर गुडविल वगैरह वा तो इत्थे लिख लोगे, ठीक है। एंड इस केस च बेटा तुसी की करना वा, अपना नॉर्मल जिवें बैलेंस CD कैलकुलेट करदे हो उवें बैलेंस CD कैलकुलेट कर लो, ठीक है। जदों तुसी बैलेंस CD V कैलकुलेट कर ले उस तो बाद तुसी कैपिटल किवें एडजस्ट करनी आ बेटा, तो तुसी की करोगे जो बैलेंस सीडीज आ ना दोनों दे, तुसी टोटल कैपिटल किवें कैलकुलेट करोगे, दोनों दे बैलेंस सीडीज प्लस कर लोगे। लाइक A दा CD प्लस B दा CD एंड दोनों नू ऐड करके मल्टीप्लाई करोगे रेसिप्रोकल ऑफ देयर कंबाइंड शेयर। उन्होंने कंबाइंड शेयर के रेसिप्रोकल नाल मल्टीप्लाई करोगे। एंड सब तो आसान तरीका पता की हुंदा इहनूं लभण दा, लेट अस सपोज कि C नूं एडमिट किया 1/5 शेयर लिए तो बेटा रिमेनिंग शेयर कितना हो जाऊगा 4/5। शाबाश। तो तुसी की करना बेटा, जो आ टोटल किया दोनों के CD का उहदा रेसिप्रोकल कर दो रिमेनिंग का ही, दैट इज 5/4। तो तुहाडे कोल एक टोटल कैपिटल आ जाऊगी। देन वो टोटल कैपिटल दे विच तुसी न्यू पार्टनर की कैपिटल फाइंड कर लो, उन्होंने मल्टीप्लाई करके नवे बंदे दे शेयर नाल। हुण मैं तुहानूं एक होर सौखा तरीका दसदी हां, तुसी डायरैक्टली ना न्यू पार्टनर की कैपिटल फाइंड करिया करो। किवें करिया करो, A दा CD प्लस B दा CD उन्होंने मल्टीप्लाई किया रेसिप्रोकल नाल, रेसिप्रोकल बनिया 5/4 एंड देन मल्टीप्लाई करना नवे बंदे दे शेयर नाल जो कि 1/5 आ। तो इस केस ना हमेशा 5/5 कैंसल हो जाया करो, तो डायरैक्टली इनू 4 नाल डिवाइड करना ईजी है ना। पहला किते तुसी 5 नाल मल्टीप्लाई कर दो दोबारा डिवाइड करो, तो उन्ना कॉम्प्लीकेट ना करिया करो, सीधा एक लाइन दे विच नवे बंदे दी कैपिटल लभ लिया करो। बेटा जो आ कैपिटल तुसी फाइंड कर लोगे वो कैपिटल तुसी इत्थे भी लिख दोगे, इत्थे भी लिख दोगे एंड क्वेश्चन खत्म हो गया। तो हम एक क्वेश्चन आप सॉल्व करते हैं। 81st करिए। सो बेटा 81st क्वेश्चन दे पार्टनर्स ने XYZ एंड देयर ओल्ड प्रॉफिट शेयरिंग रेशो इज 3:2:1। देन अगर तुसी बैलेंस शीट चेक करोगे तो बैलेंस शीट कैपिटल अकाउंट्स भी गिवन आ, करंट अकाउंट्स भी गिवन आ, देन जनरल रिजर्व एंड P&L अकाउंट गिवन आ जो कि कैपिटल च आपां डिस्ट्रीब्यूट कर देंगे। देन Y दा करंट इस साइड लिखिया होया वा एंड उस तो बाद एसेट साइड कोई भी डिस्ट्रीब्यूटेबल चीज़ गिवन नहीं हैगी। देन एडिशनल इन्फॉर्मेशन गिवन आ कि W नू एडमिट किया वा फॉर 1/6 शेयर इन द प्रॉफिट्स एंड W विल ब्रिंग 50,000 एज हिज कैपिटल। सो न्यू पार्टनर दी कैपिटल ऑलरेडी गिवन आ। देन ही विल ब्रिंग फॉर हिज शेयर ऑफ गुडविल नेसेसरी अमाउंट ऑफ कैश एंड फर्म दी गुडविल आ 90,000। W दा शेयर कैलकुलेट कर लिए 90,000 द 1/6 दिस विल बी 15। सो बेटे 15,000 वो PFG लिए लेके आऊगा एंड क्वेश्चन न्यू रेशो भी ऑलरेडी गिवन आ, सो यू कैन कैलकुलेट दी सेक्रीफाइस और गेन।
बिकॉज PFG एडजस्ट करनी हुंदी आ। ਉਹ ਤੋਂ ਬਾਅਦ ਬੇਟਾ liability ਆ 7,000 for the this will be created against bills receivable discounted earlier from another bank but now dishonored। so I've already told you अगर BR dishonor हो ਜਾਂਦਾ ਤਾਂ ਉਸ केस च entry की हो ਜਾਂਦੀ आ debtor to bank। then की given आ value of stock furniture investment reduce करनी आ 20% ਨਾਲ whereas लैंड एंड बिल्डिंग प्लांट एंड मशीनरी ਨੂੰ ਅਪਰੀਸ਼ੀਏਟ ਕਰਨਾ 20 ਐਂਡ 10% ਦੇ ਨਾਲ लैंड एंड बिल्डिंग ਨੂੰ 20% ਦੇ ਨਾਲ प्लांट एंड मशीनरी ਨੂੰ 10% ਦੇ ਨਾਲ then ਬੇਟਾ ਕੈਪੀਟਲ ਅਕਾਊਂਟ ਜਿਹੜੇ ਆ ਉਹ ਐਡਜਸਟ ਕਰਨਾ ਔਨ ਦ ਬੇਸਿਸ ਆਫ W's ਕੈਪੀਟਲ ਬਾਈ ਓਪਨਿੰਗ ਕਰੰਟ ਅਕਾਊਂਟਸ। ਠੀਕ ਹੈ ਸੋ ਦਿਸ ਟਾਈਮ कैश अकाउंट के थ्रू नहीं एडजस्टमेंट हैगी करंट अकाउंट के थ्रू एडजस्टमेंट आ। सो इन दिस क्वेश्चन वी आर सपोज टू प्रिपेयर रीवैल्यूएशन अकाउंट पार्टनर्स करंट अकाउंट एंड कैपिटल अकाउंट एंड बेटे जो कैपिटल एंड करंट दोनों अकाउंट्स बना रहे होंगे ना असी जो कैपिटल एडजस्टमेंट ऑफ फिक्सड कैपिटल अकाउंट्स करनी आ एंड जो भी बैलेंसिंग फिगर आऊगी उन्होंने असी करंट अकाउंट च लै जाएंगे। ठीक है एंड असी फुल फ्लेज्ड क्वेश्चन कर रहे हैं बेशक उन्होंने नहीं लिखा बट आप बैलेंस शीट भी बनावांगे। ठीक सब तो पहला गेन और सैक्रीफाइस कैलकुलेट कर लो बेटा एंड PFG का ट्रीटमेंट करा लिए। चलो हरी अप ओल्ड इज 3 to 1। ओनली पार्टनर X is sacrificing। सो सब तो पहला स्टेप हुंदा कि असी पहली एंट्री रिकॉर्ड कर दिए दैट इज कैश टू PFG टू W's कैपिटल राइट। PFG is 15,000 capital is 50,000 so this is 65,000। सेकेंड एंट्री PFG डिस्ट्रीब्यूट करन दी क्योंकि सिर्फ X ही सैक्रीफाइस कर रहा तो X दे अकाउंट चला जाओ एंड दिस टाइम कैपिटल फ्लक्चुएटिंग है तो करंट अकाउंट च जाऊगा बेटा 15,000 राइट। सो हुण तुसी रिवैल्यूएशन अकाउंट बना लो। वेरी गुड तुसी बेटे मैंने एक बारी दस दोगे स्टॉक फर्नीचर इन्वेस्टमेंट दियां वैल्यूज किन्नियां जिन्ने नाल ओह डिप्रीसीएट होए आ एंड लैंड एंड बिल्डिंग प्लांट एंड मशीनरी दियां वैल्यूज किन्नियां ने। ओके ठीक है बेटा लैंड एंड बिल्डिंग प्लांट एंड मशीनरी 6750 and we are getting loss in this question 8950 and distribute करांगे ठीक। नाउ प्रिपेयर पार्टनर्स कैपिटल अकाउंट। सो सिर्फ आही एक ट्विस्ट हुंदा बेटा अगर करंट अकाउंट भी बनाने पै जान तो तुसी की करोगे बैलेंस ब्रॉट डाउन तो तुहानू पता ही आ XYZ तिन्ना दा गिवन आ दैट इज 1,75,000 1,50,000 1,25,000 एंड नवे पार्टनर दी कैपिटल भी सानू पता वा दैट इज 50,000 एंड असी कैपिटल एडजस्ट किवें करनी आ कैपिटल किवें एडजस्ट करोगे बेटा नवे पार्टनर दी कैपिटल इनटू रेसिप्रोकल ऑफ हिज शेयर दैट इज 3 लाख तेनों तुसी न्यू रेशो च वंडना बेटा एंड न्यू रेशो भी क्वेश्चन च गिवन आ डिस्ट्रीब्यूट कितना कितना आ गया 1 लाख 50 50 ना
ਉਹ ਤੋਂ ਬਾਅਦ ਬੇਟੇ ਜੋ ਬੈਲੈਂਸਿੰਗ ਫਿਗਰ ਆ ਉਹਦੇ ਲਈ ਤੁਸੀਂ ਕਰੰਟ ਅਕਾਊਂਟ ਓਪਨ ਕਰਨੇ ਆ ਪਾਰਟਨਰਸ ਦੇ, ਹੈ ਨਾ। ਸੋ ਆ ਗਿਆ 75,000, 50,000 ਐਂਡ ਆ ਕਿੰਨਾ ਬਣ ਜੂਗਾ 75 ਐਂਡ ਨਵੇਂ ਪਾਰਟਨਰ ਦਾ ਤਾਂ ਨਹੀਂ ਆਊਗਾ। ਸੋ ਬੇਟੇ ਆ ਜਿਹੜੇ ਕਰੰਟ ਅਕਾਊਂਟ ਨੇ ਨਾ, ਇਹ ਕਰੰਟ ਅਕਾਊਂਟ ਚ ਸਵਿਚ ਹੋ ਜਾਣਗੇ, ਪਰ ਉਹ ਤੋਂ ਪਹਿਲਾਂ ਆਪਾਂ ਬੈਲੈਂਸ BD ਲਿਖ ਲਈਏ। X ਐਂਡ Z ਦਾ ਤਾਂ ਲਾਇਬਿਲਿਟੀ ਸਾਈਡ ਗਿਵਨ ਆ ਤਾਂ ਕ੍ਰਾਸ ਪੋਸਟ ਹੋ ਕੇ ਇੱਧਰ ਆ ਜਾਊਗਾ, ਐਂਡ Y ਦਾ ਐਸੈਟ ਸਾਈਡ ਗਿਵਨ ਆ ਤਾਂ ਕ੍ਰਾਸ ਪੋਸਟ ਹੋ ਕੇ ਡੈਬਿਟ ਸਾਈਡ ਆ ਜਾਊਗਾ, ਦੈਟ ਇਜ਼ 7,000। ਉਹ ਤੋਂ ਬਾਅਦ ਪਹਿਲਾਂ ਮੈਂ ਆ ਫਿਕਸਡ ਵਾਲੇ ਬੈਲੈਂਸ ਟ੍ਰਾਂਸਫਰ ਕਰ ਦਿੰਨੀ ਆ ਬਾਈ ਪਾਰਟਨਰ fixed capital account, that is 75,000, 50,000, 75,000, rest is same। PFG ਕੱਲਾ X sacrifice ਕਰ ਰਿਹਾ ਸੀ ਨਾ 15,000 ਐਂਡ ਬਾਕੀ ਦੇਖ ਲਓ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਕੀ ਟ੍ਰਾਂਸਫਰ ਹੋ ਜਾਊਗਾ। ਜਨਰਲ ਰਿਜ਼ਰਵ, ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਦੂਸਰੀ ਸਾਈਡ ਤੁਹਾਡਾ ਚਲਾ ਜਾਊਗਾ ਰੀਵੈਲੂਏਸ਼ਨ ਲਾਸ। ਉਹ ਤੋਂ ਬਾਅਦ ਬੇਟੇ ਬੈਲੈਂਸ CD ਕੈਲਕੂਲੇਟ ਕਰ ਲਓ। ਰਾਈਟ, ਸੋ ਬੈਲੈਂਸ ਸ਼ੀਟ ਵੀ ਉਵੇਂ ਹੀ ਕਰੋਗੇ ਬੇਟਾ ਤੁਸੀਂ। ਕੈਪੀਟਲ ਅਕਾਊਂਟ, ਫਿਕਸਡ ਕੈਪੀਟਲ ਅਕਾਊਂਟ ਦੇ ਬੈਲੈਂਸਿਸ ਲਿਖ ਲਿਓ X, Y, Z, W ਐਂਡ ਕਰੰਟ ਅਕਾਊਂਟ, ਜੋ ਕਰੰਟ ਅਕਾਊਂਟ ਦੇ ਬੈਲੈਂਸਿਸ ਤੁਸੀਂ ਕੈਲਕੂਲੇਟ ਕੀਤੇ ਆ, ਠੀਕ ਹੈ। ਕਿਉਂਕਿ ਇਸ ਕੁਐਸਚਨ ਚ ਕਰੰਟ ਅਕਾਊਂਟ ਅਸੀਂ ਕਰੰਟ ਅਕਾਊਂਟ ਆਲਰੇਡੀ ਟ੍ਰਾਂਸਫਰ ਕਰ ਚੁੱਕੇ ਹਾਂ, ਤਾਂ ਕਰੰਟ ਅਕਾਊਂਟ ਇੰਡੀਵਿਜੂਅਲੀ ਨਹੀਂ ਲਿਖੇ ਜਾਣਗੇ, ਠੀਕ ਹੈ। ਸੋ ਹਰੀ ਅਪ ਬੇਟਾ। $45 जो गिवन है बैलेंस शीट में, अलग अमाउंट गिवन है यहाँ पर। अच्छा इतने सीधा 125 है ना, आई एम सो सॉरी, मेरी बुक च एक्चुअल च बाइफरकेट करके क्रेडिटर्स से बिल्स पेएबल लिखा होया, न्यू बुक च चेंज है तो आप सिर्फ क्रेडिटर्स ही लिखांगे बेटा, ठीक है। डन। So beta, this is question number 84. Leena and Rohit are partners and ਉਹਨਾਂ ਦੀ old ratio are 3:2 and they have admitted Manoj for 1/5 share in the profits. This is the balance sheet. Balance sheet एक general reserve given ਆ जो partners capital ਚ distribute ਹੋ ਜਾਊਗਾ। and ਬੇਟੇ case 2 ਆ because ਉਹਨਾਂ ਨੇ ਲਿਖਿਆ ਹੋਇਆ that Manoj brought proportionate capital. So proportionate capital means new partner ਦੀ capital ਅਸੀਂ ascertain ਕਰਨੀ ਆ। So this is our case 2 and next ਉਹਨਾਂ ਨੇ ਲਿਖਿਆ he also brought his share of goodwill premium of 80,000 in cash. So goodwill ਵੀ ਲੈ ਕੇ ਆਇਆ ਵਾ। Then this is an important point that 10% of the general reserve is to be transferred to PDD. So ਬੇਟੇ entry ਕੀ ਬਣਾਓਗੇ ਤੁਸੀਂ, ਸਾਰਾ general reserve distribute ਨਹੀਂ ਹੋਊਗਾ because ਅਸੀਂ 10% ਕਿਹਦੇ ਚ transfer ਕਰਨਾ ਵਾ PDD ਚ, that is 5,000। remaining 45 ਜੋ ਆ ਉਹ ਤੁਸੀਂ partners ਚ distribute ਕਰ ਦੋਗੇ, Leena and Rohit in their old profit sharing ratio। then WCR ਦਾ claim ਦਿੱਤਾ ਹੋਇਆ ਵਾ 40,000 and because WCR ਨਹੀਂ ਹੈਗਾ ਤਾਂ ਸਾਰਾ claim revaluation account ਚਲਾ ਜਾਊਗਾ। stock 16,000 ਨਾਲ overvalued ਆ ਤਾਂ ਇਹਨੂੰ ਵੀ ਆਪਾਂ ਡੈਬਿਟ ਸਾਈਡ ਰਿਕਾਰਡ ਕਰਾਂਗੇ ਕਿਉਂਕਿ ਸਟਾਕ ਨੂੰ ਡਿਕਰੀਜ਼ ਕਰਨਾ ਐਂਡ ਬੇਟੇ ਨਿਊ ਰੇਸ਼ੋ ਵੀ ਆਲਰੇਡੀ ਗਿਵਨ ਆ। ਸੋ ਹਰੀ ਅਪ। ਡਨ, ਵੈਰੀ ਗੁੱਡ ਬੇਟਾ। ਮੈਂ ਆਂਸਰ ਟੈਲੀ ਕਰਵਾ ਰਹੀ ਹੂੰ। ਸਭ ਤੋਂ ਪਹਿਲਾਂ ਤਾਂ ਆਪਣਾ ਰੀਵੈਲੂਏਸ਼ਨ ਮੈਚ ਕਰ ਲਓ। ਆਈ ਹੋਪ ਕਿ ਤੁਹਾਡਾ ਰੀਵੈਲੂਏਸ਼ਨ ਮੈਚ ਹੋ ਗਿਆ ਹੋਊਗਾ, ਠੀਕ। ਸੋ ਲਾਸ ਆ ਰਿਹਾ ਇਸ ਰੇਸ਼ੋ ਚ ਡਿਸਟਰੀਬਿਊਟ ਹੋ ਕੇ 56,000। ਫਿਰ ਬੇਟੇ ਪਤਾ ਕੀ ਕੀਤਾ ਅਸੀਂ, ਆਪਾਂ ਨਾਰਮਲ ਕੁਐਸਚਨ ਕੀਤਾ, ਦੇਖੋ ਮੈਂ ਗ੍ਰੀਨ ਨਾਲ ਹਾਈਲਾਈਟ ਕਰ ਰਹੀ ਹਾਂ, ਬੈਲੈਂਸ BD, ਕੈਸ਼, PFG, ਜਨਰਲ ਰਿਜ਼ਰਵ, ਰਾਈਟ।
एंड जिहड़ा कैश लिखिया ना इहनूं पहलां ब्लैंक छड्ड लेना बेटा, फिर तुसीं इधर अपनियां नॉर्मल वैल्यूज़ लिख के आ चीज़ां कैलकुलेट कर लियां। फिर बेटा आपां पता किवें कैपिटल एडजस्ट कीती आ दोनां नूं टोटल कीता, टोटल कैपिटल लभण लईए आ बन गया टोटल। ਉਹ ਤੋਂ ਬਾਅਦ 'ਚ बेटे देखो नवे पार्टनर का शेयर कितना वा 1/5 2/10 बनता ना, तो 2/10 की कटिंग की 1/5 बनया, रिमेनिंग शेयर कितना हो गया 4/5। तो इस केस जो तुसी रिमेनिंग शेयर फाइंड करते हो ना ਉਹਦਾ रेसिप्रोकल लेना, तो रिमेनिंग का रेसिप्रोकल किया टोटल कैपिटल लभण लिए। ਉਹ ਤੋਂ ਬਾਅਦ क्योंकि नवे बंदे की कैपिटल लभनी आ तो नवे बंदे के शेयर नाल मल्टीप्लाई करता, तो इन्ना करके थोनों फाइनली आंसर मिल गया थोड़े न्यू पार्टनर की कैपिटल। ठीक है बेटा, सो बस इनू आप इत्थे फिल करता, वो तो बस नॉर्मल आ। बाकी जो क्वेश्चन करोगे ना अपने कैश च भी प्लस कराओगे, ओदी कैपिटल भी ते ओदी गुडविल भी। ठीक है, आई होप कि तुसी बैलेंस शीट भी बना ली एंड वर्कमैन कॉम्पनसेशन लाइबिलिटी भी लिखोगे इत्थे।